परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਲਈ ਵਰਤ ਦੇ ਸਮੇਂ ਹੋਏ ਕੰਮਾਂ ਦੀਆਂ ਗਵਾਹੀਆਂ ਨੂੰ ਸੁਣਾਂਗੇ। ਇਹ ਗਵਾਹੀ ਸਿਸਟਰ ਕਮਲਪ੍ਰੀਤ ਕੌਰ ਦੀ ਹੈ, ਜਿਨ੍ਹਾਂ ਦੀ ਉਮਰ 40 ਸਾਲ ਦੀ ਹੈ। ਸਿਸਟਰ ਦੱਸਦੇ ਨੇ ਕਿ ਉਹਨਾਂ ਦੇ ਭਤੀਜੇ ਦਾ ਵੀਜ਼ਾ ਆ ਗਿਆ ਸੀ, ਕਾਫੀ ਸਮਾਂ ਹੋ ਗਿਆ ਸੀ ਵੀਜ਼ਾ ਆਏ ਨੂੰ, ਪਰ ਉਹਨਾਂ ਦੀ ਟਿਕਟ ਨਹੀਂ ਆ ਰਹੀ ਸੀ। ਏਜੰਟ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲਾਰੇ ਲਾ ਰਿਹਾ ਸੀ, ਪਰ ਉਹਨਾਂ ਦੀ ਟਿਕਟ ਨਹੀਂ ਕਰਵਾ ਰਿਹਾ ਸੀ। ਜਦ ਸਿਸਟਰ ਨੇ ਫਾਸਟਿੰਗ ਦੇ ਵਿੱਚ ਆਪਣੇ ਭਤੀਜੇ ਦੇ ਲਈ ਖਾਸ ਪ੍ਰਾਰਥਨਾ ਕੀਤੀ, ਸਿਸਟਰ ਦੱਸਦੇ ਨੇ ਕਿ ਹੁਣ ਉਹਨਾਂ ਦੀ ਟਿਕਟ ਕਨਫਰਮ ਹੋ ਚੁੱਕੀ ਹੈ। ਦੂਸਰੀ ਗਵਾਹੀ ਸਿਸਟਰ ਦੀ ਹੈ ਕਿ ਉਹਨਾਂ ਦੇ ਬੇਟੇ ਦਾ ਬਹੁਤ ਵਾਰ ਫੋਰਨ ਦੇ ਲਈ ਟਰਾਈ ਕੀਤਾ ਸੀ, ਪਰ ਕੋਈ ਵੀ ਏਜੰਟ ਉਹਨਾਂ ਦੀ ਫਾਈਲ ਨੂੰ ਸ਼ੁਰੂ ਨਹੀਂ ਸੀ ਕਰ ਰਿਹਾ, ਮਨਾ ਕਰ ਦਿੰਦੇ ਸਨ। ਫਿਰ ਸਿਸਟਰ ਨੇ ਫਾਸਟਿੰਗ ਦੇ ਵਿੱਚ ਆਪਣੇ ਬੇਟੇ ਲਈ ਖਾਸ ਪ੍ਰੇਅਰ ਕੀਤੀ। ਉਸ ਤੋਂ ਬਾਅਦ ਜਦੋਂ ਕਿਸੇ ਏਜੰਟ ਨੂੰ ਮਿਲਣਗੇ ਤਾਂ ਉਹਨਾਂ ਨੇ ਕਿਹਾ ਕਿ ਬਿਨਾਂ ਆਈਲੈਟਸ ਤੋਂ ਹੀ ਤੁਹਾਡੇ ਬੇਟੇ ਦਾ ਜੋ ਵੀਜ਼ਾ ਆ ਉਹ ਆ ਜਾਵੇਗਾ ਔਰ ਉਹਨਾਂ ਦੀ ਫਾਈਲ ਦੀ ਪ੍ਰੋਸੈਸ ਸ਼ੁਰੂ ਹੋ ਚੁੱਕੀ ਆ। ਤੀਸਰੀ ਗਵਾਹੀ ਸਿਸਟਰ ਦੀ ਹੈ ਕਿ ਪ੍ਰਾਰਥਨਾ ਦੇ ਵਿੱਚ, ਫਾਸਟਿੰਗ ਦੇ ਵਿੱਚ ਜਿੰਨੇ ਦਿਨ ਵੀ ਹੋ ਰਹੇ, ਘਰ ਦੇ ਵਿੱਚ ਕੋਈ ਵੀ ਲੜਾਈ ਝਗੜਾ ਨਹੀਂ ਹੋਇਆ, ਬਿਲਕੁਲ ਸ਼ਾਂਤੀ ਰਹੀ ਔਰ ਉਹਨਾਂ ਨੇ ਪਰਮੇਸ਼ਰ ਦੇ ਵੱਡੇ ਕੰਮਾਂ ਨੂੰ ਆਪਣੇ ਘਰਾਂ ਦੇ ਵਿੱਚ ਵੇਖਿਆ। ਇਸ ਗਵਾਹੀ ਦੇ ਲਈ ਸਿਸਟਰ ਜੀ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਅਸੀਂ ਸਾਰੇ ਹੀ ਆਤਮਿਕ ਜੀਵਨ ਦੇ ਵੱਲ ਬਹੁਤ ਖਿਆਲ ਕਰਦੇ ਹਾਂ। ਬਹੁਤ ਸਾਰੇ ਜੋ ਕਹਿੰਦੇ ਕਿ ਅਸੀਂ ਆਤਮਾ ਦੇ ਵਿੱਚ ਵਧਣਾ ਆ, ਆਤਮਿਕ ਜੀਵਨ 'ਚ ਵਧਣਾ ਆ, ਅਸੀਂ ਪ੍ਰਾਰਥਨਾ 'ਚ ਵਧਣਾ ਆ। ਅਸੀਂ ਕੀ ਕਰੀਏ ਆਤਮਿਕ ਜੀਵਨ ਦੇ ਵਿੱਚ ਵਧਣ ਦੇ ਲਈ? ਕਿਉਂਕਿ ਜਿਹੜਾ ਸ਼ੈਤਾਨ ਆ ਨਾ, ਉਹ ਸਾਡੇ ਸਰੀਰਾਂ ਦੇ ਉੱਤੇ ਹਮਲਾ ਕਰਦਾ ਤਾਂ ਜੋ ਸਾਡੀ ਆਤਮਾ ਦੀ ਗਰੋਥ ਨਾ ਹੋਵੇ, ਅਸੀਂ ਆਤਮਾ ਵਿੱਚ ਵਧ ਨਾ ਪਾਈਏ, ਜਾਂ ਫਿਰ ਸਾਡੀ ਆਤਮਾ ਕਿਸੇ ਨਾ ਕਿਸੇ ਤਰੀਕੇ ਨਾਲ ਠੋਕਰ ਖਾਵੇ ਔਰ ਉਹਦੇ ਲਈ ਉਹ ਸਾਡੇ ਸਰੀਰ 'ਤੇ ਅਟੈਕ ਕਰਦਾ ਆ। ਅਤੇ ਅਸੀਂ ਕਈ ਵਾਰ ਠੋਕਰ ਖਾ ਜਾਂਦੇ, ਕਈ ਵਾਰੀ ਅਸੀਂ ਉਹਦਾ ਸਾਹਮਣਾ ਕਰ ਲੈਂਦੇ ਹਾਂ। ਤਾਂ ਆਤਮਿਕ ਜੀਵਨ ਦੇ ਵਿੱਚ ਅਸੀਂ ਵਧਣਾ ਆ ਔਰ ਉਹਦੇ ਲਈ ਕੁਝ ਵਚਨਾਂ ਨੂੰ ਅਸੀਂ ਜਾਣਾਂਗੇ ਜਿਹਦੇ ਦੁਆਰਾ ਅਸੀਂ ਅੰਗੀਕਾਰ ਕਰ ਸਕਦੇ ਹਾਂ, ਅਸੀਂ ਉਸ ਪ੍ਰੋਬਲਮ ਦਾ ਸਾਹਮਣਾ ਕਰ ਸਕਦੇ ਹਾਂ। ਔਰ ਅਸੀਂ ਜਦੋਂ ਵੀ ਸ਼ੈਤਾਨ ਸਾਨੂੰ ਠੋਕਰ ਲਵਾਉਣ ਦੀ ਕੋਸ਼ਿਸ਼ ਕਰਦਾ, ਉਦੋਂ ਅਸੀਂ ਇਹਨਾਂ ਵਚਨਾਂ ਦੇ ਨਾਲ ਉਹਨੂੰ ਡਾਂਟ ਸਕਦੇ ਹਾਂ ਕਿ ਅਸੀਂ ਆਤਮਿਕ ਜੀਵਨ ਦੇ ਵਿੱਚ ਆ, ਅਸੀਂ ਅੰਗੀਕਾਰ ਕਰਦੇ ਹਾਂ ਔਰ ਅਸੀਂ ਇਹਨਾਂ ਵਚਨਾਂ ਨੂੰ ਗ੍ਰਹਿਣ ਕਰਦੇ। ਔਰ ਉਹ ਵਚਨ ਨੇ ਜੋ ਆਪਾਂ ਜਾਣਾਂਗੇ, ਸਭ ਤੋਂ ਪਹਿਲਾ ਵਚਨ ਪੜਾਂਗੇ ਇਬਰਾਨੀਆਂ 11 ਉਹਦੀ 26 ਨੰਬਰ ਆਇਤ ਨੂੰ। ਅਤੇ ਉਹਨੇ ਵਿਚਾਰ ਕੀਤਾ ਕਿ ਮਸੀਹ ਦੇ ਲਈ ਨਿੰਦਿਆ ਨੂੰ ਸਹਿ ਲੈਣਾ ਮਿਸਰ ਦੇ ਖਜ਼ਾਨਿਆਂ ਨਾਲੋਂ ਵੱਡਾ ਧਨ ਹੈ, ਕਿਉਂ ਜੋ ਸਵਰਗੀ ਇਨਾਮ ਵੱਲ ਉਹਦਾ ਧਿਆਨ ਸੀ। ਹਾਲੇਲੂਇਆ। ਇੱਥੇ ਪਰਮੇਸ਼ਰ ਦੇ ਦਾਸ ਮੂਸਾ ਬਾਰੇ ਗੱਲ ਹੋ ਰਹੀ ਆ। ਜਦੋਂ ਲੋਕ ਸੀਗੇ ਇਜ਼ਰਾਈਲੀ ਸੀ, ਸਮ ਟਾਈਮ ਪਰਮੇਸ਼ਰ ਦੇ ਬਾਰੇ ਖਿਲਾਫ ਬੋਲਦੇ ਸੀ ਜਾਂ ਫਿਰ ਉਹਦੀ ਜ਼ਿੰਦਗੀ 'ਚ ਵੀ ਕਈ ਵਾਰ ਪ੍ਰੋਬਲਮਸ ਆ ਜਾਂਦੀਆਂ ਸੀ। ਇੱਕ ਪਰਮੇਸ਼ਰ ਦਾ ਦਾਸ ਆ ਜੋ, ਉਹਦਾ ਨਿਸ਼ਚਾ ਕੀ ਹੁੰਦਾ ਆ, ਉਹਨੇ ਕੀ ਨੇਚਾ ਬਣਾਇਆ ਹੁੰਦਾ ਆਪਣਾ, ਕਿਸ ਜਗ੍ਹਾ 'ਤੇ ਉਹਨੇ ਪਹੁੰਚਣਾ ਹੁੰਦਾ, ਉਹ ਕੀ ਸੋਚਦਾ। ਕਿ ਇੱਕ ਮੂਸਾ ਸੀ, ਜੋ ਮੂਸਾ ਪਰਮੇਸ਼ਰ ਦਾ ਬਹੁਤ ਵੱਡਾ ਨਬੀ ਰਿਹਾ, ਉਹਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਔਰ ਉਹਨੇ ਪਰਮੇਸ਼ਰ ਦੇ ਨਾਲ ਜੋ ਉਹਨੂੰ ਵਚਨ ਲਿਖਵਾਏ ਗਏ ਸੀ, ਉਹ ਗੱਲਾਂ ਉਹਨੇ ਸੁਣੀਆਂ ਵੀ ਔਰ ਕੀਤੀਆਂ ਵੀ। ਔਰ ਉਸ ਦਾ ਜੋ ਉਹ ਸਭ ਕੰਮ ਦੇਖਣ ਤੋਂ ਬਾਅਦ, ਸਾਰੇ ਕੰਮ ਆਪਣੀ ਜ਼ਿੰਦਗੀ 'ਚ ਦੇਖਣ ਤੋਂ ਬਾਅਦ, ਪਰਮੇਸ਼ਰ ਦੇ ਨਾਲ ਮਿਲ ਕੇ ਉਹ ਇਜ਼ਰਾਈਲੀਆਂ ਨੂੰ ਬਾਹਰ ਕੱਢ ਕੇ ਲਿਆਉਣ ਤੱਕ ਉਹਨੇ ਜੋ ਵੱਡੇ ਕੰਮ ਵੇਖੇ, ਉਹਨੇ ਵੇਖਿਆ ਕਿ ਪਰਮੇਸ਼ਰ ਕਿੰਨਾ ਅਮੇਜ਼ਿੰਗ ਆ, ਕਿੰਨਾ ਨਾਈਸ ਆ, ਕਿੰਨਾ ਵਧੀਆ ਆ, ਕਿੰਨਾ ਅਦਭੁਤ ਆ, ਕਿੰਨਾ ਅਨੋਖਾ ਆ। ਔਰ ਉਹ ਕੰਮ ਕਰ ਸਕਦਾ ਜੋ ਅਸੀਂ ਕਦੇ ਸੋਚੇ ਵੀ ਨਹੀਂ ਹੁੰਦੇ, ਔਰ ਉਸ ਬੰਦੇ ਤੋਂ ਕਰਵਾ ਲੈਂਦਾ ਜਿਹੜੇ ਬੰਦੇ ਦਾ ਕਦੇ ਕਿਸੇ ਇਨਸਾਨ ਨੇ ਵੀ ਭਰੋਸਾ ਨਾ ਕੀਤਾ ਹੋਵੇ, ਜਿਹੜੇ ਬੰਦੇ ਨੂੰ ਇਨਸਾਨ ਵੀ ਕਹਿ ਦੇਣ ਕਿ ਇਹ ਨਹੀਂ ਕਰ ਸਕਦਾ,
ਤਾਂ ਉਹ ਬੰਦਾ ਪਰਮੇਸ਼ਰ ਦੇ ਉਹ ਕੰਮ ਕਰ ਜਾਂਦਾ ਜਿਹੜੇ ਦੁਨੀਆ ਤੋਂ ਪਰੇ ਆ। ਜਿੱਦਾਂ ਮੂਸਾ ਕਹਿੰਦਾ ਸੀ ਕਿ ਮੈਂ ਨਹੀਂ ਬੋਲ ਸਕਦਾ, ਜਦੋਂ ਉਹਨੂੰ ਫਿਰੌਨ ਕੋਲੇ ਭੇਜਿਆ ਜਾ ਰਿਹਾ ਸੀ ਯਹੋਵਾ ਪਰਮੇਸ਼ਰ ਵੱਲੋਂ, ਤਾਂ ਉਹ ਕਹਿ ਰਿਹਾ ਸੀ ਮੈਂ ਬੋਲ ਹੀ ਨਹੀਂ ਸਕਦਾ, ਤੁਸੀਂ ਮੇਰੀ ਜਗ੍ਹਾ ਕਿਸੇ ਹੋਰ ਨੂੰ ਭੇਜੋ, ਮੈਥੋਂ ਨਹੀਂ ਹੋਣਾ ਇਹ ਸਭ। ਉਹਨੇ ਸਿੱਧਾ ਜਵਾਬ ਦੇ ਦਿੱਤਾ ਸੀ ਕਿਉਂਕਿ ਉਹਨੇ ਆਪਣੇ ਆਪ 'ਤੇ ਯਕੀਨ ਹੈ ਹੀ ਨਹੀਂ ਸੀ। ਉਸੇ ਤਰ੍ਹਾਂ ਪਰਮੇਸ਼ਰ ਉਹਨੂੰ ਚੁਣਦਾ ਜਿਹੜਾ ਸੰਸਾਰ ਵੱਲੋਂ ਤਿਆਗਿਆ ਹੁੰਦਾ। ਅਤੇ ਜਦੋਂ ਸੰਸਾਰ ਵੱਲੋਂ ਤਿਆਗਿਆ ਹੋਇਆ, ਸੰਸਾਰ ਦੀ ਨਿਗਾਹ ਦੇ ਵਿੱਚ ਵਿਗੜਿਆ ਹੋਇਆ ਬੱਚਾ ਪ੍ਰਭੂ ਦੇ ਕੰਮਾਂ ਦੇ ਵਿੱਚ ਵੱਧਦਾ ਅਤੇ ਪਰਮੇਸ਼ਰ ਦੇ ਅਨੋਖੇ ਕੰਮਾਂ ਨੂੰ ਵੇਖਦਾ ਆ, ਤਾਂ ਉਹ ਇਸ ਚੀਜ਼ ਨੂੰ ਮਹਿਸੂਸ ਕਰ ਲੈਂਦਾ ਕਿ ਹੁਣ ਮੈਂ ਸਵਰਗੀ ਇਨਾਮ ਨੂੰ ਪ੍ਰਾਪਤ ਕਰਨਾ ਆ। ਕਿਉਂਕਿ ਜੇ ਪਰਮੇਸ਼ਰ ਧਰਤੀ 'ਤੇ ਰਹਿੰਦਾ ਮੇਰੇ ਨਾਲ ਇੰਨੇ ਵੱਡੇ ਕੰਮ ਕਰ ਸਕਦਾ, ਤਾਂ ਸਵਰਗ 'ਚ ਕੀ ਹੋਏਗਾ, ਕਿੰਨਾ ਅਨੋਖਾ ਸਵਰਗ ਹੋਏਗਾ, ਔਰ ਮੈਂ ਉਹਨੂੰ ਪ੍ਰਾਪਤ ਕਰਨਾ ਆ। ਕਿਉਂਕਿ ਸਾਨੂੰ ਅਗਰ ਇੱਕ ਅਚੀਵਮੈਂਟ ਹੁੰਦੀ ਹੈ, ਅਗਰ ਸਾਡੀ ਪ੍ਰੇਅਰ ਘਰ ਵਿੱਚ ਇੱਕ ਵਾਰ ਕੰਮ ਕਰ ਜਾਂਦੀ, ਤਾਂ ਅਸੀਂ ਕਹਿੰਦੇ ਹਾਂ ਕਿ ਮੈਂ ਦੁਬਾਰਾ ਫਿਰ ਕਰਾਂ ਕਿ ਮੇਰੀ ਪ੍ਰੇਅਰ ਫਿਰ ਕੰਮ ਕਰੇ, ਕਿਉਂਕਿ ਸਾਡੇ ਅੰਦਰ ਇੱਕ ਵਿਸ਼ਵਾਸ ਵੱਧ ਜਾਂਦਾ ਆ। ਇਸੇ ਲਈ ਮੈਂ ਹਰ ਇੱਕ ਨੂੰ ਕਹਿੰਦੀ ਹੁੰਦੀ ਹਾਂ ਕਿ ਆਪਣੇ ਲਈ ਖੁਦ ਪ੍ਰੇਅਰ ਕਰੋ, ਕਿਉਂਕਿ ਬਹੁਤ ਸਾਰੇ ਕਹਿੰਦੇ ਆ ਕਿ ਤੁਹਾਡੀ ਪ੍ਰੇਅਰ 'ਤੇ ਸਾਨੂੰ ਵਿਸ਼ਵਾਸ ਆ। ਵਿਸ਼ਵਾਸ ਇੱਕ ਅਲੱਗ ਗੱਲ ਆ, ਪਰ ਮੇਰੇ 'ਤੇ ਨਾ ਕਰੋ, ਪਰਮੇਸ਼ਰ 'ਤੇ ਕਰੋ। ਇਹੀ ਵਿਸ਼ਵਾਸ ਜੋ ਤੁਸੀਂ ਮੇਰੀ ਪ੍ਰੇਅਰ 'ਤੇ ਕਰਦੇ ਹੋ, ਆਪਣੀ ਪ੍ਰੇਅਰ 'ਤੇ ਕਰਕੇ ਦੇਖੋ। ਮੈਂ ਹਰ ਇੱਕ ਨੂੰ ਜਿਹਨੂੰ ਵੀ ਇਹ ਗੱਲ ਕਹਿੰਦੀ ਨਾ ਕਿ ਆਪ ਪ੍ਰੇਅਰ ਕਰੋ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਮੈਂ ਉਹਨੂੰ ਡਾਂਟ ਰਹੀ ਹਾਂ ਜਾਂ ਫਿਰ ਕਿਸੇ ਨੂੰ ਮੈਂ ਝਿੜਕ ਰਹੀ ਹਾਂ ਜਾਂ ਕਿਸੇ ਨੂੰ ਮੈਂ ਆਪਣੇ ਵੱਲੋਂ ਪ੍ਰੇਅਰ ਕਰਨ ਤੋਂ ਇਹ ਕਹਿ ਰਹੀ ਹਾਂ ਵੀ ਮੈਂ ਕਰ ਨਹੀਂ ਸਕਦੀ, ਤੁਸੀਂ ਕਰੋ। ਮੇਰਾ ਕਹਿਣ ਦਾ ਮਕਸਦ ਇਹ ਹੁੰਦਾ ਕਿ ਤੁਸੀਂ ਵੀ ਉਸ ਚੀਜ਼ ਨੂੰ ਮਹਿਸੂਸ ਕਰ ਸਕੋ ਜਿਹੜੀ ਚੀਜ਼ ਨੂੰ ਮੂਸਾ ਨੇ ਮਹਿਸੂਸ ਕੀਤਾ। ਉਹਨੇ ਮਹਿਸੂਸ ਕੀਤਾ ਕਿ ਮੈਂ ਬਿਲਕੁਲ ਨਿਕੰਮਾ ਸੀ, ਉਹਨੂੰ ਇਹ ਸੀਗਾ ਕਿ ਮੈਂ ਬੋਲ ਨਹੀਂ ਸਕਦਾ, ਮੈਂ ਨਹੀਂ ਕਰ ਸਕਦਾ, ਮੇਰੇ 'ਚ ਕੌਨਫੀਡੈਂਸ ਨਹੀਂ ਹੈਗਾ, ਪਰ ਉਹਨੇ ਉਹ ਕੰਮ ਕੀਤੇ ਜੋ ਕਿਸੇ ਨੇ ਨਹੀਂ ਸੀ ਕੀਤੇ ਉਦੋਂ ਪਹਿਲਾਂ। ਉਸੇ ਤਰ੍ਹਾਂ ਤੁਸੀਂ ਵੀ ਇੱਕ ਵਾਰ ਸ਼ੁਰੂਆਤ ਕਰੋ, ਮੂਸਾ ਦੀ ਤਰ੍ਹਾਂ ਸ਼ੁਰੂਆਤ ਕਰਨੀ ਪਵੇਗੀ, ਕਿਉਂਕਿ ਸਾਡਾ ਪਰਮੇਸ਼ਰ ਹੈ ਜੋ ਉਸ ਇਹ ਨਹੀਂ ਚਾਹੁੰਦਾ ਕਿ ਅਸੀਂ ਕਿਸੇ ਦੇ ਹੱਥਾਂ ਵੱਲ ਦੇਖੀਏ, ਉਹ ਚਾਹੁੰਦਾ ਕਿ ਤੁਸੀਂ ਆਪਣੇ ਆਪ ਦੀ ਤਾਕਤ ਨੂੰ ਪਹਿਚਾਨੋ। ਇਸੇ ਲਈ ਵਰਤ ਰਖਾਏ ਗਏ ਸੀ ਕਿ ਵਰਤਾਂ ਦੇ ਵਿੱਚ ਤੁਸੀਂ ਆਪਣੇ ਲਈ ਖੁਦ ਪ੍ਰੇਅਰ ਕਰੋ, ਤਾਂ ਜੋ ਤੁਸੀਂ ਜਾਣ ਸਕੋ ਕਿ ਤੁਹਾਡੇ ਵਰਤ ਤੁਹਾਡੇ ਲਈ ਕੀ ਕਰ ਸਕਦੇ ਆ। ਅਸੀਂ ਰੋਜ਼ ਹੀ ਵਰਤ ਦੀਆਂ ਗਵਾਹੀਆਂ ਨੂੰ ਜਾਣਦੇ, ਵਰਤ ਤੋਂ ਪਹਿਲਾਂ ਦੀਆਂ ਮੇਰੇ ਕੋਲ 80 ਤੋਂ 85 ਗਵਾਹੀਆਂ ਪਈਆਂ ਹੋਈਆਂ ਵਰਤ ਤੋਂ ਪਹਿਲਾਂ ਦੀਆਂ, ਪਰ ਮੈਂ ਫਿਰ ਵੀ ਅੱਜ ਦੇ ਸਮੇਂ ਦੇ ਵਿੱਚ 10 ਤਰੀਕ ਤੋਂ ਬਾਅਦ ਵਰਤ ਦੀਆਂ ਹੀ ਗਵਾਹੀਆਂ ਦੇ ਰਹੀ ਹਾਂ, ਤਾਂ ਜੋ ਤੁਹਾਡੇ ਅੰਦਰ ਵਿਸ਼ਵਾਸ ਪੈਦਾ ਹੋਵੇ ਕਿ ਵਰਤ ਦੇ ਨਾਲ ਤੁਸੀਂ ਆਪਣੀ ਪ੍ਰਾਰਥਨਾ ਦੇ ਨਾਲ ਕੀ ਹਾਸਿਲ ਕਰ ਸਕਦੇ ਆ। ਕਿਸੇ ਨੂੰ ਅਗਰ ਅਸੀਂ ਕਹੀ ਜਾਵਾਂਗੇ ਸਾਡੇ ਲਈ ਪ੍ਰੇਅਰ ਕਰੋ, ਉਹ ਤਾਂ ਕਰ ਹੀ ਦੇਗਾ, ਉਹਦੀ ਤਾਂ ਡਿਊਟੀ ਆ, ਪਰ ਇਹਦੇ ਨਾਲ ਤੁਸੀਂ ਕਮਜ਼ੋਰ ਹੁੰਦੇ ਆ। ਜੋ ਇਨਸਾਨ ਚਾਹੇਗਾ ਕਿ ਮੇਰੀ ਮਹਿਮਾ ਹੋਵੇ, ਉਹ ਖੁਦ ਪ੍ਰੇਅਰ ਕਰਦਾ ਰਹੇਗਾ, ਪਰ ਜੋ ਇਨਸਾਨ ਚਾਹੇਗਾ ਕਿ ਉਹਦੇ ਪਰਮੇਸ਼ਰ ਦੀ ਮਹਿਮਾ ਹੋਵੇ, ਔਰ ਜਿਹੜਾ ਇਨਸਾਨ ਇਸ ਸਮੇਂ ਕਮਜ਼ੋਰ ਪੈ ਰਿਹਾ, ਨਿੱਕੀ ਨਿੱਕੀ ਗੱਲ 'ਤੇ ਕਿਸੇ ਹੋਰ 'ਤੇ ਡਿਪੈਂਡ ਹੋ ਰਿਹਾ, ਉਹ ਇਨਸਾਨ ਤਾਕਤਵਰ ਹੋਵੇ, ਆਪਣੀ ਤਾਕਤ ਨੂੰ ਪਹਿਚਾਨੇ ਅਤੇ ਉਹ ਵੀ ਪ੍ਰਭੂ ਦੇ ਕੰਮਾਂ ਲਈ ਖੜਾ ਹੋਵੇ, ਕਿਉਂਕਿ ਪ੍ਰਭੂ ਦੀ ਨਿਗਾਹ ਦੇ ਵਿੱਚ ਕੋਈ ਵੀ ਅਯੋਗ ਨਹੀਂ ਆ। ਅਤੇ ਜਦੋਂ ਤੁਸੀਂ ਆਤਮਿਕ ਜੀਵਨ ਦੇ ਵਿੱਚ ਵਧਣਾ ਆ, ਉਸੇ ਤਰ੍ਹਾਂ ਮੂਸਾ ਦੀ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਕੀ ਕਹਿਣਾ ਕਿ ਭਾਵੇਂ ਸੰਸਾਰ 'ਚ ਕਿੰਨੇ ਵੀ ਦੁੱਖ ਹੋਣ, ਭਾਵੇਂ ਕਹਿੰਦਾ ਮੈਨੂੰ ਸੰਸਾਰ 'ਚ ਨਿੰਦਿਆ ਹੀ ਕਿਉਂ ਨਾ ਸਹਿਣੀ ਪੈ ਜਾਵੇ, ਕਹਿੰਦਾ ਪਰ ਮਿਸਰ ਦੇ ਖਜ਼ਾਨੇ ਨਾਲੋਂ ਵੱਡਾ ਧਨ ਆ ਉਹ। ਕਹਿੰਦਾ ਮੈਨੂੰ ਸੰਸਾਰਿਕ ਖਜ਼ਾਨੇ ਨਾਲੋਂ ਵੱਡਾ ਧਨ ਆ ਕਿ ਜੇ ਮੈਂ ਪਰਮੇਸ਼ਰ ਦੇ ਲਈ ਠੋਕਰਾਂ ਖਾਵਾਂ। ਕਹਿੰਦਾ ਕਿਉਂਕਿ ਮੈਂ ਸੰਸਾਰ ਵਿੱਚ ਭਾਵੇਂ ਠੋਕਰਾਂ ਖਾਵਾਂ ਪਰ ਪਰਮੇਸ਼ਰ ਦੇ ਲਈ ਖਾਵਾਂ। ਇਹ ਨਹੀਂ ਕਿ ਅਸੀਂ ਆਪਣੀਆਂ ਗਲਤੀਆਂ ਗੁਨਾਹਾਂ ਲਈ ਠੋਕਰਾਂ ਖਾਈਏ ਔਰ ਕਹੀਏ ਕਿ ਸਾਡਾ ਧਨ ਸਵਰਗ 'ਚ ਵੱਡਾ ਆ। ਅਸੀਂ ਜਦੋਂ ਪ੍ਰਭੂ ਦੇ ਕੰਮਾਂ ਲਈ ਠੋਕਰ ਖਾਂਦੇ, ਪ੍ਰਭੂ ਦੇ ਕੰਮਾਂ ਲਈ ਲੋਕ ਸਾਡੇ ਨਾਲ ਵੈਰ ਕਰਦੇ, ਜਦੋਂ ਅਸੀਂ ਪਰਮੇਸ਼ਰ ਦੇ ਕੰਮ ਕਰਦੇ ਲੋਕ ਸਾਡੇ 'ਤੇ ਦੋਸ਼ ਲਾਉਂਦੇ ਆ, ਸਾਨੂੰ ਗਲਤ ਬੋਲਦੇ ਆ, ਸਾਡੇ ਖਿਲਾਫ ਬੋਲਦੇ ਆ, ਜਦੋਂ ਅਸੀਂ ਪ੍ਰਭੂ ਨੂੰ ਚੁਣਦੇ ਆ ਲੋਕ ਸਾਨੂੰ ਛੱਡ ਜਾਂਦੇ ਆ, ਉਸ ਵੇਲੇ ਸਮਝੋ ਕਿ ਅਸੀਂ ਸਵਰਗ ਦਾ ਧਨ ਇਕੱਠਾ ਕਰ ਰਹੇ ਹਾਂ। ਕਿਉਂਕਿ ਪਰਮੇਸ਼ਰ ਦੇ ਲਈ ਬੋਲੀਆਂ ਖਾਣਾ ਇੱਕ ਪਰਮੇਸ਼ਰ ਦੇ ਲਈ ਧਨ ਇਕੱਠਾ ਕਰਨਾ ਯਾਰ, ਉਹ ਧਨ ਜਿਹੜਾ ਸਾਡੇ ਲਈ ਸਵਰਗ ਦੇ ਖਜ਼ਾਨੇ ਵਿੱਚ ਜਮ੍ਹਾਂ ਹੁੰਦਾ ਅਤੇ ਉਹੀ ਸਾਨੂੰ ਜੀਵਨ ਦਾ ਮੁਕਤ ਦਿਵਾਉਣ ਦੇ ਵਿੱਚ ਹੈਲਪ ਕਰੇਗਾ। ਹਾਲੇਲੂਇਆ। ਇਸ ਲਈ ਆਪਣੇ ਅੰਦਰ ਦੀ ਤਾਕਤ ਨੂੰ ਪਹਿਚਾਣੋ, ਆਤਮਾ ਦੇ ਵਿੱਚ ਵਧੋ, ਔਰ ਆਤਮਾ ਦੇ ਵਿੱਚ ਵਧਣ ਦੇ ਲਈ ਜਦ ਤੁਹਾਡੇ 'ਤੇ ਮੁਸ਼ਕਿਲਾਂ ਜਾਂ ਪ੍ਰੋਬਲਮ ਆਉਂਦੀ ਉਸ ਵੇਲੇ ਤੁਸੀਂ ਕੀ ਕਹਿਣਾ ਕਿ ਜੇ ਸੰਸਾਰ ਮੈਨੂੰ ਛੱਡਦਾ ਕੋਈ ਪ੍ਰੋਬਲਮ ਨਹੀਂ, ਸੰਸਾਰ ਮੇਰੇ 'ਤੇ ਦੋਸ਼ ਲਾਉਂਦਾ ਕੋਈ ਚਿੰਤਾ ਨਹੀਂ, ਕੋਈ ਮੇਰੇ ਨਾਲ ਇਸ ਸਮੇਂ ਨਹੀਂ ਖੜਿਆ, ਨੋ ਪ੍ਰੋਬਲਮ, ਕਿਉਂਕਿ ਮੇਰਾ ਪਰਮੇਸ਼ਰ ਮੇਰੇ ਨਾਲ ਆ। ਸੰਸਾਰ ਮੈਨੂੰ ਕਹਿੰਦਾ ਮੈਂ ਤੇਰਾ ਨਹੀਂ ਆ, ਪਰ ਪਰਮੇਸ਼ਰ ਮੈਨੂੰ ਕਹਿੰਦਾ ਮੈਂ ਤੇਰਾ ਹੀ ਆ। ਸੰਸਾਰ ਕਹਿੰਦਾ ਕਿ ਮੈਨੂੰ ਜਦ ਤੱਕ ਤੇਰੀ ਜ਼ਰੂਰਤ ਆ ਮੈਂ ਤੇਰਾ ਹੈ, ਉਦੋਂ ਬਾਅਦ ਮੈਂ ਤੇਰਾ ਨਹੀਂ ਆ। ਪਰਮੇਸ਼ਰ ਕਹਿੰਦਾ ਮੈਨੂੰ ਤੇਰੇ ਤੋਂ ਕੁਛ ਨਹੀਂ ਚਾਹੀਦਾ, ਬਸ ਮੈਂ ਫਿਰ ਵੀ ਤੇਰਾ ਆ।
ਸਾਡੇ ਪਰਮੇਸ਼ਰ ਦਾ ਪਿਆਰ ਜਿਹੜਾ ਉਹ ਨਿਰਸਵਾਰਥ ਆ। ਸੰਸਾਰਿਕ ਲੋਕ ਸਾਡੇ ਨਾਲ ਸਵਾਰਥ ਰੱਖਦੇ ਆ, ਪਰ ਪ੍ਰਭੂ ਦਾ ਪਿਆਰ ਜਿਹੜਾ ਉਹ ਨਿਰਸਵਾਰਥ ਆ। ਇਸ ਲਈ ਅਸੀਂ ਵੀ ਉਸ ਪਰਮੇਸ਼ਰ ਦੇ ਲਈ ਹਰ ਉਹ ਕੰਮ ਨੂੰ, ਹਰ ਉਸ ਦੁੱਖ ਨੂੰ ਸਹਿਣਾ ਆ ਜੋ ਸਾਨੂੰ ਉਹਦੇ ਨਾਮ ਕਰਕੇ ਮਿਲਦੇ। ਔਰ ਅਸੀਂ ਕੀ ਕਹਿਣਾ ਕਿ ਇਹ ਜੋ ਦੁੱਖ, ਪਰੇਸ਼ਾਨੀਆਂ, ਮੁਸੀਬਤਾਂ ਆ, ਇਸ ਗੱਲ ਦੀ ਮੈਨੂੰ ਕੋਈ ਚਿੰਤਾ ਨਹੀਂ, ਮੈਂ ਸਹਿ ਲਵਾਂਗਾ। ਕਹਿੰਦਾ ਕਿਉਂਕਿ ਹੁਣ ਮੇਰਾ ਸਵਰਗੀ ਇਨਾਮ ਜਿਹੜਾ ਮੈਨੂੰ ਮਿਲਣਾ ਆ, ਮੇਰਾ ਸਾਰਾ ਫੋਕਸ ਉਹਦੇ ਵੱਲ ਆ। ਹਾਲੇਲੂਇਆ। ਔਰ ਸਵਰਗੀ ਇਨਾਮ ਮਿਲੇਗਾ ਸਦਾ ਦਾ ਜੀਵਨ। ਔਰ ਸਦਾ ਦਾ ਜੀਵਨ ਉਹਨੂੰ ਮਿਲੇਗਾ ਜੋ ਸ਼ੈਤਾਨ ਦੀ ਠੋਕਰ ਦੇ ਨਾਲ ਡਿੱਗੇਗਾ ਨਹੀਂ, ਕਮਜ਼ੋਰ ਨਹੀਂ ਹੋਵੇਗਾ, ਹਾਰੇਗਾ ਨਹੀਂ, ਪਰ ਉਹਨੂੰ ਮਿਲੇਗਾ ਜੋ ਫਤਿਹਮੰਦ ਹੋਵੇਗਾ, ਜੋ ਤਾਕਤਵਰ ਹੋਵੇਗਾ, ਜੋ ਕਮਜ਼ੋਰ ਨਹੀਂ ਹੋਏਗਾ। ਹਾਲੇਲੂਇਆ। ਨੈਕਸਟ ਵਰਜ਼ਨ 'ਚੋਂ ਦੇਖਾਂਗੇ 2 ਕੁਰਿੰਥੀਆਂ ਉਹਦੇ 4 ਨੰਬਰ ਅਧਿਆਇ ਦੀ 16 ਤੋਂ ਲੈ ਕੇ 18 ਨੰਬਰ ਆਈ ਤੱਕ। ਇਸ ਕਾਰਨ ਅਸੀਂ ਹਿੰਮਤ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ਼ ਹੁੰਦੀ ਜਾਂਦੀ ਹੈ, ਪਰ ਅੰਦਰਲੀ ਇਨਸਾਨੀਅਤ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ ਹੈ। ਕਿਉਂ ਜੋ ਸਾਡਾ ਥੋੜਾ ਜਿਹਾ ਕਸ਼ਟ ਜਿਹੜਾ ਕੁਝ ਕੁ ਪਲਾਂ ਦਾ ਹੀ ਹੈ, ਭਾਰੀ ਸਗੋਂ ਅਤ ਭਾਰੀ ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। ਅਸੀਂ ਦਿਸਣ ਵਾਲੀਆਂ ਵਸਤਾਂ ਨੂੰ ਤਾਂ ਨਹੀਂ, ਸਗੋਂ ਅਣਡਿੱਠ ਵਸਤਾਂ ਵੱਲ ਧਿਆਨ ਕਰਦੇ ਹਾਂ। ਕਿਉਂ ਜੋ ਦਿਸਣ ਵਾਲੀਆਂ ਵਸਤਾਂ ਥੋੜੇ ਦਿਨਾਂ ਦੀਆਂ ਹਨ, ਪਰ ਅਣਡਿੱਠ ਵਸਤਾਂ ਸਦੀਪਕ ਹਨ। ਹਾਲੇਲੂਇਆ। ਜਦੋਂ ਅਸੀਂ ਆਤਮਿਕ ਜੀਵਨ 'ਚ ਵੱਧਦੇ ਹਾਂ, ਸਾਡੀ ਹਿੰਮਤ ਵੀ ਤੋੜੀ ਜਾਂਦੀ ਆ, ਸਾਡਾ ਬਲ ਵੀ ਤੋੜਿਆ ਜਾਂਦਾ, ਸਾਡੀ ਪ੍ਰਾਰਥਨਾ ਦੀ ਲਾਈਫ ਵੀ ਤੋੜੀ ਜਾਂਦੀ ਆ, ਸਾਡੇ ਮਨ ਨੂੰ ਵੀ ਤੋੜਿਆ ਜਾਂਦਾ, ਔਰ ਸਾਡੇ ਸਰੀਰ ਨੂੰ ਵੀ ਤੋੜਿਆ ਜਾਂਦਾ। ਸਾਡੇ ਮਨ ਦੇ ਵਿੱਚ ਗਲਤ ਵਿਚਾਰ ਪਾਏ ਜਾਂਦੇ, ਸਾਡੇ ਸਰੀਰ ਨੂੰ ਦੁੱਖ ਲਗਾਏ ਜਾਂਦੇ, ਸਾਡੇ ਇਨਸਾਨ ਜਿਹੜੇ ਸਾਡੇ ਆਪਣੇ ਪਿਆਰੇ ਹੁੰਦੇ ਉਹ ਸਾਡੇ ਵਿਰੁੱਧ ਕੀਤੇ ਜਾਂਦੇ, ਅਤੇ ਹੋਰ ਪਤਾ ਨਹੀਂ ਕਿੰਨੀਆਂ ਹੀ ਵੇਖੀਆਂ ਤੇ ਅਣਵੇਖੀਆਂ ਮੁਸ਼ਕਿਲਾਂ ਸਾਡੇ ਤੇ ਆਉਂਦੀਆਂ ਆ। ਪਰ ਜਦੋਂ ਅਸੀਂ ਪ੍ਰਭੂ ਵੱਲ ਵਧ ਰਹੇ ਹਾਂ, ਇਹਨਾਂ ਮੁਸ਼ਕਿਲਾਂ ਦਾ ਆਉਣਾ ਲਾਜ਼ਮੀ ਆ। ਜਿੱਦਾਂ ਅਸੀਂ ਫਸਟ ਟਾਈਮ ਜਦੋਂ ਕਲਾਸ 'ਚ ਜੁਆਇਨ ਕਰਦੇ ਹਾਂ, ਚਾਹੇ ਕੋਈ ਵੀ ਕਲਾਸ ਹੋਵੇ, ਪਹਿਲੇ ਸਮੈਸਟਰ ਦੇ ਐਗਜ਼ਾਮ ਸੌਖੇ ਹੁੰਦੇ ਆ, ਦੂਜੇ ਸਮੈਸਟਰ ਦੇ ਐਗਜ਼ਾਮ ਹੋਰ ਔਖੇ ਹੁੰਦੇ ਆ। ਜਦੋਂ ਲਾਸਟ ਈਅਰ ਦੇ ਐਗਜ਼ਾਮ ਹੁੰਦੇ ਆ, ਉਹ ਕਾਫੀ ਟਫ ਲੱਗਦੇ ਆ ਸਾਨੂੰ, ਔਰ ਲੱਗਦਾ ਕਿ ਇਹ ਤਾਂ ਬਹੁਤ ਔਖਾ, ਕਾਫੀ ਮੁਸ਼ਕਿਲ ਆ। ਉਸੇ ਤਰ੍ਹਾਂ ਜਦੋਂ ਅਸੀਂ ਪਰਮੇਸ਼ਰ ਚਾਹੁੰਦੇ, ਇੱਕ ਵਾਰ ਅਸੀਂ ਸੌਖੇ ਹੋ ਜਾਂਦੇ, ਕਿਉਂਕਿ ਪ੍ਰਭੂ ਦੀ ਮਹਿਮਾ ਦੇ ਲਈ ਸਾਡਾ ਛੁਟਕਾਰਾ ਹੋਣਾ ਜ਼ਰੂਰੀ ਆ। ਔਰ ਛੁਟਕਾਰੇ ਦੇ ਨਾਲ ਸਾਡੇ ਅੰਦਰ ਵਿਸ਼ਵਾਸ ਪੈਦਾ ਹੁੰਦਾ। ਫਿਰ ਜਦੋਂ ਅਸੀਂ ਪ੍ਰਭੂ 'ਚ ਵੱਧਦੇ ਜਾਂਦੇ, ਸਾਡੀਆਂ ਮੁਸ਼ਕਿਲਾਂ ਫਿਰ ਤੋਂ ਵਧਣੀਆਂ ਸ਼ੁਰੂ ਹੋ ਜਾਂਦੀਆਂ, ਅਤੇ ਬਹੁਤੇ ਲੋਕ ਸਾਨੂੰ ਇਹ ਤਾਨੇ ਵੀ ਦੇਣ ਲੱਗ ਜਾਂਦੇ ਕਿ ਕੀ ਖੱਟਿਆ ਇਹਨਾਂ ਨੇ, ਇਹ ਤਾਂ ਹਜੇ ਵੀ ਬਿਮਾਰ ਆ, ਇਹ ਤਾਂ ਹਜੇ ਵੀ ਠੋਕਰਾਂ ਖਾਂਦੇ ਫਿਰਦੇ ਆ, ਇਹ ਤਾਂ ਹਜੇ ਵੀ ਦੁਖੀ ਆ, ਇਹਨਾਂ ਨੂੰ ਕੀ ਮਿਲਿਆ। ਤਾਂ ਉਹ ਸਭ ਕੰਮ ਇਸ ਲਈ ਹੁੰਦਾ ਤਾਂ ਜੋ ਸਾਡਾ ਵਿਸ਼ਵਾਸ ਪਰਖਿਆ ਜਾਵੇ। ਔਰ ਉਸ ਵੇਲੇ ਸ਼ੈਤਾਨ ਸਾਨੂੰ ਪਰਖਣ ਦੇ ਲਈ ਆਉਂਦਾ, ਸਾਡੇ ਮਨਾਂ 'ਚ ਵਿਚਾਰ ਪਾਉਂਦਾ। ਕਈ ਵਾਰ ਸਾਡੇ ਪਰਿਵਾਰ ਦੇ ਮੈਂਬਰ ਹੀ ਸਾਡੇ ਖਿਲਾਫ ਖੜੇ ਹੋ ਜਾਂਦੇ ਆ। ਉਸ ਵੇਲੇ ਵਚਨ 'ਚੋਂ ਅਸੀਂ ਇਸੇ ਵਚਨ ਨੂੰ ਅਸੀਂ ਅੰਗੀਕਾਰ ਕਰਨਾ। ਵਚਨ ਕਹਿੰਦਾ ਕਿ ਇਸ ਕਾਰਨ ਅਸੀਂ ਹਿੰਮਤ ਨਹੀਂ ਹਾਰਦੇ, ਭਾਵੇਂ ਕੁਝ ਵੀ ਹੋਈ ਜਾਵੇ, ਭਾਵੇਂ ਕਿੰਨੀਆਂ ਵੀ ਮੁਸ਼ਕਿਲਾਂ ਮੁਸੀਬਤਾਂ ਵੱਧ ਜਾਣ, ਅਸੀਂ ਹਿੰਮਤ ਨਹੀਂ ਹਾਰਦੇ। ਕਹਿੰਦਾ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ਼ ਹੋਈ ਜਾਂਦੀ ਆ, ਕਹਿੰਦਾ ਲੋਕ ਸਾਨੂੰ ਛੱਡੀ ਜਾਂਦੇ ਆ, ਸਾਨੂੰ ਇਨਸਾਨਾਂ ਦੇ ਵੱਲੋਂ ਤੋੜੀ ਜਾਂਦੇ ਆ, ਪਰ ਕਹਿੰਦਾ ਸਾਡੀ ਅੰਦਰਲੀ ਇਨਸਾਨੀਅਤ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ ਆ। ਹਾਲੇਲੂਇਆ। ਵੀ ਸਾਡਾ ਵਿਸ਼ਵਾਸ ਵੱਧਦਾ ਜਾਂਦਾ ਆ, ਅਸੀਂ ਪਰਮੇਸ਼ਰ ਦੇ ਵਿੱਚ ਵੱਧਦੇ ਹੀ ਚੱਲੇ ਜਾਂਦੇ ਆ। ਕਹਿੰਦਾ ਭਾਵੇਂ ਸਾਡੀ ਇਨਸਾਨੀਅਤ ਬਾਹਰਲੀ ਨਾਸ਼ ਹੀ ਹੋ ਜਾਵੇ, ਪਰ ਪਰਮੇਸ਼ਰ ਦੇ ਵਿੱਚ ਅਸੀਂ ਕੀ ਹੁੰਦੇ ਜਾਂਦੇ ਆ, ਨਵੇਂ ਹੁੰਦੇ ਜਾਂਦੇ ਆ। ਕਿੱਦਾਂ ਨਵੇਂ ਹੁੰਦੇ ਜਾਂਦੇ ਆ? ਕਿਉਂਕਿ ਜਦੋਂ ਸਾਡੇ ਤੇ ਮੁਸ਼ਕਿਲ ਆਉਂਦੀ ਆ, ਮੁਸ਼ਕਿਲ ਦਾ ਆਉਣਾ ਵੀ ਭਲਾ ਆ। ਕਿਉਂਕਿ ਜਦੋਂ ਸਾਡੇ ਕੋਲ ਖੁਸ਼ੀ ਹੁੰਦੀ ਆ, ਬਹੁਤ ਥੋੜੇ ਆ ਜਿਹੜੇ ਉਸ ਵੇਲੇ ਵੀ ਪਰਮੇਸ਼ਰ ਨਾਲ ਜੁੜੇ ਰਹਿੰਦੇ, ਬਹੁਤ ਜ਼ਿਆਦਾ ਅਜਿਹੇ ਆ ਜਿਨ੍ਹਾਂ ਦੇ ਉੱਤੇ ਜਦੋਂ ਮੁਸ਼ਕਿਲ ਪੈਂਦੀ ਆ ਉਦੋਂ ਹੀ ਉਹ ਪਰਮੇਸ਼ਰ ਦੇ ਨੇੜੇ ਆਉਂਦੇ ਆ। ਔਰ ਇਸ ਗੱਲ ਦਾ ਮੇਰੇ ਕੋਲ ਪ੍ਰੂਫ ਆ, ਮੈਂ ਇਸ ਗੱਲ ਦੀ ਐਗਜ਼ਾਮਪਲ ਦੇਣਾ ਚਾਹਾਂਗੀ ਜੋ ਕਿ ਸੱਚੀ ਐਗਜ਼ਾਮਪਲ ਆ। ਬਹੁਤ ਸਾਰੇ ਭੈਣ ਭਾਈ ਪ੍ਰੇਅਰ ਕਰਵਾਉਂਦੇ ਆ, ਹੁਣ ਦਿਨ ਦੇ ਵਿੱਚ ਕਿੰਨੇ ਹੀ ਮੈਨੂੰ ਫੋਨ ਆਉਂਦੇ ਆ, ਪਰ ਉਹਨਾਂ ਦੇ ਵਿੱਚੋਂ ਗਵਾਹੀਆਂ ਲਿਖਾਉਣ ਦੇ ਲਈ 2 ਜਾਂ 3 ਦਾ ਫੋਨ ਆਉਂਦਾ। ਬਾਕੀਆਂ ਦਾ ਫੋਨ ਕਦੋਂ ਆਉਂਦਾ ਗਵਾਹੀ ਲਿਖਾਉਣ ਦੇ ਲਈ? ਜਦੋਂ ਉਹਨਾਂ ਤੇ ਨਵੀਂ ਮੁਸੀਬਤ ਪੈ ਜਾਂਦੀ, ਤਾਂ ਉਹ ਕਹਿਣਗੇ ਸਿਸਟਰ ਅਸੀਂ ਪਹਿਲਾਂ ਪ੍ਰੇਅਰ ਕਰਾਈ ਸੀ, ਉਦੋਂ ਅਸੀਂ ਠੀਕ ਹੋ ਗਏ ਸੀ, ਹੁਣ ਸਾਡੇ ਘਰੇ ਆ ਨਵੀਂ ਪ੍ਰੋਬਲਮ ਆ ਗਈ ਆ। ਅਗਰ ਉਹਨਾਂ ਨੂੰ ਪੁੱਛੇ ਗਵਾਹੀ ਨਹੀਂ ਲਿਖਾਈ ਸਿਸਟਰ, ਸਾਡਾ ਟਾਈਮ ਨਹੀਂ ਲੱਗਾ। ਇਹਦਾ ਮਤਲਬ ਕਿ ਜਦੋਂ ਅਸੀਂ ਚੰਗੇ ਹੋ ਜਾਂਦੇ ਆ, ਸਾਡੇ ਕੋਲ ਧੰਨਵਾਦ ਕਰਨ ਦਾ ਟਾਈਮ ਤਾਂ ਹੈ ਨਹੀਂਗਾ, ਪਰ ਜਦੋਂ ਸਾਡੇ ਤੇ ਕੋਈ ਨਵੀਂ ਪ੍ਰੋਬਲਮ ਆ ਜਾਂਦੀ ਆ, ਉਦੋਂ ਸਾਡੇ ਕੋਲ ਪ੍ਰੇਅਰ ਕਰਾਉਣ ਦਾ ਟਾਈਮ ਜ਼ਰੂਰ ਨਿਕਲ ਆਉਂਦਾ। ਇਹਦਾ ਮਤਲਬ ਅਸੀਂ ਕੀ ਆ? ਅਸੀਂ ਮਤਲਬ ਹੀ ਆ। ਸਾਨੂੰ ਪਰਮੇਸ਼ਰ ਤੋਂ ਚੰਗਿਆਈ ਚਾਹੀਦੀ ਆ। ਜਦੋਂ ਮਿਲ ਗਈ ਠੀਕ ਹੈ, ਕੋਈ ਪ੍ਰੋਬਲਮ ਨਹੀਂ, ਅਸੀਂ ਥੈਂਕਸ ਨਹੀਂ ਕਰਨਾ, ਪਰ ਜਦੋਂ ਸਾਨੂੰ ਨਵੀਂ ਪ੍ਰੋਬਲਮ ਆ ਗਈ ਉਦੋਂ ਫਿਰ ਸਾਨੂੰ ਕਰਨਾ ਹੀ ਪੈਣਾ, ਕਿਉਂਕਿ ਸਾਨੂੰ ਦੱਸਣਾ ਹੀ ਪੈਣਾ ਵੀ ਅਸੀਂ ਤਾਂ ਪਹਿਲਾਂ ਵੀ ਪ੍ਰੇਅਰ ਕਰਾਈ ਸੀ ਔਰ ਉਹ ਤਾਂ ਕੰਮ ਹੋ ਗਿਆ ਸੀ। ਪਰ ਹਾਂ, ਇੰਨਾ ਅਸੀਂ ਬਿਜ਼ੀ ਰਹਿੰਦੇ ਬਹੁਤ ਜ਼ਿਆਦਾ ਕਿ ਸਾਡੇ ਤੋਂ ਗਵਾਹੀ ਲਿਖਾਉਣ ਦਾ ਸਮਾਂ ਨਹੀਂ ਨਿਕਲ ਪਾਉਂਦਾ।
ਪਰ ਪਰਮੇਸ਼ਰ ਦੇ ਹਜ਼ੂਰੀ 'ਚ ਸਾਨੂੰ ਉਦੋਂ ਯਾਦ ਆਉਂਦਾ ਜਾਣਾ ਜਦੋਂ ਸਾਡੇ 'ਤੇ ਨਵੀਂ ਮੁਸੀਬਤ ਆ ਜਾਂਦੀ ਹੈ। ਇਸ ਕਰਕੇ ਕਹਿੰਦਾ ਬਹੁਤ ਜ਼ਿਆਦਾ ਅਜਿਹੇ ਆ ਜੋ ਕੀ ਕਰਦੇ ਆ, ਭਲਾਈ ਦੇ ਲਈ, ਚੰਗਿਆਈ ਦੇ ਲਈ ਪਰਮੇਸ਼ਰ ਕੋਲ ਆਉਂਦੇ ਆ, ਪਰ ਦੁੱਖ ਦਾ ਆਉਣਾ ਸਾਡੇ ਲਈ ਇਹ ਦਿਖਾ ਦਿੰਦਾ ਕਿ ਅਸੀਂ ਪਰਮੇਸ਼ਰ ਨੂੰ ਭੁੱਲ ਗਏ ਸੀ। ਅਸੀਂ ਕਹਿ ਕੇ ਦੁੱਖ ਦਾ ਆਉਣਾ ਸਾਡੇ ਲਈ ਭਲਾ ਕਿਉਂ ਆ? ਕਿਉਂਕਿ ਉਹ ਸਾਨੂੰ ਪਰਮੇਸ਼ਰ ਦੇ ਨੇੜੇ ਲੈ ਕੇ ਆਉਂਦਾ। ਉਹ ਸਾਨੂੰ ਦੱਸਦਾ ਕਿ ਤੁਸੀਂ ਪਰਮੇਸ਼ਰ ਨੂੰ ਭੁੱਲ ਗਏ ਸੀ, ਪਰ ਅਸੀਂ ਵਾਰ-ਵਾਰ ਇਹ ਭੁੱਲਣ ਵਾਲੀ ਆਦਤ ਛੱਡਦੇ ਨਹੀਂ ਆ। ਅਸੀਂ ਕਿਸੇ ਤੋਂ 100 ਰੁਪਈਆ ਲੈਣਾ ਹੋਵੇ, ਸਾਨੂੰ ਉਹ ਯਾਦ ਰਹਿੰਦਾ ਵੀ ਮੈਨੂੰ ਦਿੱਤਾ ਸੀ ਤੇ ਉਹਨੇ ਹਜੇ ਤੱਕ ਮੈਨੂੰ ਮੋੜਿਆ ਨਹੀਂ ਗਾ, ਅਤੇ ਸੁਬਾਹ ਦਾ ਪੜ੍ਹਿਆ ਹੋਇਆ ਵਚਨ ਸਾਨੂੰ ਸ਼ਾਮ ਤੱਕ ਭੁੱਲ ਜਾਂਦਾ ਆ। ਸਾਨੂੰ ਪ੍ਰਾਰਥਨਾ ਕਰਾ ਕੇ ਚੰਗਿਆਈ ਮਿਲੀ, ਸਾਨੂੰ ਗਵਾਹੀ ਦੇਣੀ ਭੁੱਲ ਜਾਂਦੀ, ਪਰ ਜਦੋਂ ਸਾਡੇ 'ਤੇ ਦੁੱਖ ਆਉਂਦਾ ਸਾਨੂੰ ਪ੍ਰੇਅਰ ਕਰਵਾਉਣੀ ਨਹੀਂ ਭੁੱਲਦੀ। ਪਰ ਸਾਨੂੰ ਦੁੱਖ ਇਸੇ ਲਈ ਆਉਂਦਾ ਤਾਂ ਜੋ ਅਸੀਂ ਯਾਦ ਰੱਖੀਏ ਕਿ ਪਰਮੇਸ਼ਰ ਵੀ ਕੋਈ ਹੈਗਾ ਆ, ਹੈਗੀ ਪਰਮੇਸ਼ਰ ਨਾਮ ਦੀ ਵੀ ਚੀਜ਼ ਜਿਹੜੀ ਸਾਡੇ ਵਿੱਚ ਵੱਸਦੀ ਆ, ਅਸੀਂ ਉਹਨੂੰ ਭੁੱਲੇ ਹੀ ਬੈਠੇ ਹਾਂ। ਵਚਨ ਕਹਿੰਦਾ ਕਿਉਂ ਜੋ ਥੋੜ੍ਹਾ ਜਿਹਾ ਕਸ਼ਟ ਜਿਹੜਾ ਕੁਝ ਕੁ ਪਲਾਂ ਦਾ ਹੀ ਹੈ, ਭਾਰੀ ਸਗੋਂ ਅਤ ਭਾਰੀ ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ, ਪਰ ਅਸੀਂ ਉਸ ਵਡਿਆਈ ਨੂੰ ਕਰਦੇ ਨਹੀਂ ਆ। ਦੁੱਖ ਸਾਡੇ ਲਈ ਵਡਿਆਈ ਨੂੰ ਤਿਆਰ ਕਰਦਾ ਆ, ਪਰ ਅਸੀਂ ਉਹ ਵਡਿਆਈ ਕਰਨ ਲਈ ਸਰਫਾ ਕਰ ਜਾਂਦੇ ਹਾਂ। ਅਸੀਂ ਦੁੱਖ ਦੱਸਣ ਲੱਗੇ ਸਰਫਾ ਨਹੀਂ ਕਰਦੇ, ਪਰ ਦੁੱਖਾਂ ਤੋਂ ਚੰਗਿਆਈ ਲੈ ਕੇ ਵਡਿਆਈ ਕਰਨ ਦਾ ਸਰਫਾ ਕਰ ਜਾਂਦੇ ਹਾਂ। ਪਰ ਦੁੱਖ ਕਹਿੰਦਾ ਥੋੜ੍ਹੇ ਕੁ ਸਮੇਂ ਦਾ ਹੁੰਦਾ। ਉਹ ਥੋੜ੍ਹੇ ਸਮੇਂ ਦਾ ਕਿਉਂ ਹੁੰਦਾ? ਕਿਉਂਕਿ ਉਹ ਦੁੱਖ ਜਿਹੜਾ ਆ ਉਹ ਪਰਮੇਸ਼ਰ ਦੀ ਮਹਿਮਾ ਦੇ ਲਈ ਭੇਜਿਆ ਜਾਂਦਾ ਆ, ਤਾਂ ਜੋ ਤੁਸੀਂ ਉਸ ਪਰਮੇਸ਼ਰ ਨੂੰ ਯਾਦ ਰੱਖੋ, ਤਾਂ ਜੋ ਤੁਹਾਨੂੰ ਯਾਦ ਰਵੇ ਕਿ ਪਰਮੇਸ਼ਰ ਵੀ ਕੋਈ ਹੈ, ਉਹਨੇ ਸਾਨੂੰ ਚੰਗਾ ਕੀਤਾ ਸੀ, ਹੁਣ ਫੇਰ ਕਰ ਸਕਦਾ, ਉਹ ਹਰ ਕੰਮ ਸਾਡੇ ਲਈ ਕਰ ਸਕਦਾ, ਉਹ ਸਾਡੇ ਨਾਲ ਆ, ਉਹ ਸਾਡਾ ਆਪਣਾ ਆ। ਜਦੋਂ ਇੱਕ ਮਾਂ ਬਾਪ ਆ, ਅਗਰ ਉਹਨਾਂ ਦੇ ਬੱਚੇ ਉਹਨਾਂ ਦਾ ਤਿਆਗ ਕਰ ਦਿੰਦੇ, ਉਹਨਾਂ ਦੀ ਗੱਲ ਨਹੀਂ ਮੰਨਦੇ ਜਾਂ ਫਿਰ ਉਹਨਾਂ ਦੇ ਨਾਲ ਮੈਂ ਰਹਿਣਾ ਛੱਡ ਦਿੰਦੇ, ਤਾਂ ਉਹਨਾਂ ਨੂੰ ਯਾਦ ਆਉਂਦਾ ਕਿ ਸਾਡੇ ਬੱਚੇ ਸੀ, ਅਸੀਂ ਕਿੰਨੇ ਔਖੇ ਪਾਲੇ ਸੀ, ਪਰ ਉਹਨਾਂ ਨੇ ਸਾਨੂੰ ਛੱਡ ਦਿੱਤਾ। ਤਾਂ ਕੀ ਉਸ ਪਰਮੇਸ਼ਰ ਨੂੰ ਇਸ ਗੱਲ ਦਾ ਦੁੱਖ ਨਹੀਂ ਹੋਏਗਾ ਕਿ ਮੈਂ ਕਿੰਨੇ ਪਿਆਰ ਦੇ ਨਾਲ ਇਹਨਾਂ ਨੂੰ ਬਣਾਇਆ, ਅੱਜ ਤੱਕ ਇਹਨਾਂ ਨੂੰ ਸੰਭਾਲਿਆ, ਆਪਣੇ ਪੁੱਤਰ ਨੂੰ ਇਹਨਾਂ ਲਈ ਦਿੱਤਾ, ਵਾਰ-ਵਾਰ ਇਹਨਾਂ ਨੂੰ ਗੁਨਾਹਾਂ ਤੋਂ ਬਚਾਇਆ, ਔਰ ਇਹਨਾਂ ਨੂੰ ਬਚਾਏ ਰੱਖਣ ਦੇ ਲਈ ਮੈਂ ਵਚਨ ਵੀ ਦਿੱਤੇ, ਔਰ ਕੁਝ ਕੁ ਪਲ ਦਾ ਕਸ਼ਟ ਦਿੱਤਾ ਤਾਂ ਜੋ ਇਹ ਮੈਨੂੰ ਯਾਦ ਰੱਖਣ, ਪਰ ਇਹਨਾਂ ਨੇ ਫਿਰ ਵੀ ਚੰਗਿਆਈ ਲੈ ਕੇ ਫਿਰ ਮੈਨੂੰ ਭੁੱਲ ਗਏ। ਆਤਮਿਕ ਜੀਵਨ ਇਦਾਂ ਦਾ ਨਹੀਂ ਹੁੰਦਾ। ਅਸੀਂ ਕਹਿੰਦੇ ਆ ਕਿ ਅਸੀਂ ਆਤਮਿਕ ਜੀਵਨ 'ਚ ਚੱਲਦੇ ਹਾਂ, ਪਰ ਜਿਹੜੇ ਚੱਲਦੇ ਆ ਉਹ ਖਰੇ ਚੱਲਦੇ ਆ, ਪਰ ਬਹੁਤੇ ਅਜਿਹੇ ਵੀ ਆ ਜੋ ਖਰਾਈ ਦੀ ਚਾਲ ਨਹੀਂ ਚੱਲਦੇ, ਜੋ ਸਿਰਫ ਚੰਗਿਆਈ ਦੇ ਲਈ ਆਉਂਦੇ ਔਰ ਸਿਰਫ ਚੰਗਿਆਈ ਦੇ ਲਈ ਹੀ, ਧੰਨਵਾਦ ਦੇ ਲਈ, ਮਹਿਮਾ ਦੇ ਲਈ, ਵਡਿਆਈ ਦੇ ਲਈ ਨਹੀਂ। ਵਚਨ ਕਹਿੰਦਾ ਜਿਹੜਾ ਕਸ਼ਟ ਆ ਉਹ ਅਤ ਭਾਰੀ ਵਡਿਆਈ ਲੈ ਕੇ ਆਉਂਦਾ ਸਾਡੇ ਲਈ। ਅਤ ਭਾਰੀ ਵਡਿਆਈ ਮਤਲਬ ਬਹੁਤ ਵੱਡੀ ਵਡਿਆਈ, ਉਹ ਪਰਮੇਸ਼ਰ ਦੇ ਲਈ ਵਡਿਆਈ, ਜਿਹਨੂੰ ਅਸੀਂ ਦੱਸਣਾ ਆ ਪਰਮੇਸ਼ਰ ਨੂੰ ਕਿ ਪ੍ਰਭੂ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿ ਤੂੰ ਸਾਨੂੰ ਬਚਾਇਆ, ਸਾਨੂੰ ਚੰਗਿਆ ਕੀਤਾ, ਸਾਨੂੰ ਬਲੈਸ ਕੀਤਾ ਆ। ਆਤਮਿਕ ਜੀਵਨ ਦੇ ਵਿੱਚ ਵਧਣ ਲਈ ਸਾਨੂੰ ਉਹਨਾਂ ਦੁੱਖਾਂ ਦੇ ਵਿੱਚ ਸਿਰਫ ਡਿਪੈਂਡ ਨਹੀਂ ਹੋਣਾ, ਪਰ ਧੰਨਵਾਦ ਵੀ ਕਰਨਾ ਆ। ਉਹਨਾਂ ਦੁੱਖਾਂ ਦੇ ਵਿੱਚ ਸਾਨੂੰ ਸ਼ੈਤਾਨ ਦਾ ਸਾਹਮਣਾ ਵੀ ਕਰਨਾ ਪੈਣਾ, ਬੋਲਣਾ ਵੀ ਪੈਣਾ ਆ ਕਿ ਕੋਈ ਚਿੰਤਾ ਨਹੀਂ, ਕੋਈ ਪਰੇਸ਼ਾਨੀ ਨਹੀਂ, ਪਰਮੇਸ਼ਰ ਸਾਡੇ ਨਾਲ ਆ। ਪਰ ਅਸੀਂ ਸਿਰਫ ਚੰਗਿਆਈ ਲੈਂਦੇ ਹਾਂ, ਪਰ ਪਰਮੇਸ਼ਰ ਦੇ ਲਈ ਖੜੇ ਨਹੀਂ ਹੁੰਦੇ, ਪਰਮੇਸ਼ਰ ਦੇ ਲਈ ਅਸੀਂ ਸਾਹਮਣਾ ਨਹੀਂ ਕਰਦੇ, ਬਸ ਚੰਗਿਆਈ ਲੈ ਕੇ ਅਸੀਂ ਸਾਈਡ 'ਤੇ ਹੋ ਜਾਂਦੇ। ਪਰ ਜੋ ਸੱਚਾ ਆਤਮਿਕ ਪਰਸਨ ਆ, ਕੀ ਉਹ ਕਹਿੰਦਾ ਅਸੀਂ ਦਿਸਣ ਵਾਲੀਆਂ ਵਸਤਾਂ ਨੂੰ ਨਹੀਂ ਸਗੋਂ ਅਣਡਿੱਠ ਵਸਤਾਂ ਦੇ ਵੱਲ ਧਿਆਨ ਕਰਦੇ ਹਾਂ। ਹਾਲੇਲੂਇਆ। ਕਹਿੰਦਾ ਇਹ ਜੋ ਦੁੱਖ ਆ, ਇਹ ਮੁਸ਼ਕਿਲਾਂ ਆ, ਸ਼ੈਤਾਨੀ ਲੋਕ ਆ, ਸ਼ੈਤਾਨੀ ਬੋਲ ਆ, ਇਹ ਜੋ ਵੈਰ ਵਿਰੋਧ ਆ, ਇਹਨੂੰ ਅਸੀਂ ਵੇਖ ਸਕਦੇ ਹਾਂ ਕਿ ਕਿੱਦਾਂ ਸਾਡੇ 'ਤੇ ਅਟੈਕ ਕਰਦੇ ਆ। ਕਹਿੰਦਾ ਪਰ ਅਸਾਂ ਦਾ ਇਹਨਾਂ ਦੇ ਵੱਲ ਕੋਈ ਧਿਆਨ ਨਹੀਂ ਆ। ਜਿਹੜਾ ਆਤਮਿਕ ਹੋਏਗਾ ਉਹਦਾ ਇਸ ਕੰਮ ਵੱਲ ਕੋਈ ਧਿਆਨ ਨਹੀਂ ਕਿ ਲੋਕ ਕੀ ਕਹਿੰਦੇ ਆ, ਉਹਦਾ ਧਿਆਨ ਇਸ ਵੱਲ ਹੋਏਗਾ ਕਿ ਵਚਨ ਕੀ ਕਹਿੰਦਾ ਆ। ਜਿਹੜਾ ਤਾਂ ਦੇਖਣ ਵਾਲੀਆਂ, ਜਿਨ੍ਹਾਂ ਨੂੰ ਦਿਸਦੀਆਂ ਹੋਈਆਂ ਚੀਜ਼ਾਂ ਵੱਲ ਧਿਆਨ ਆ, ਉਹ ਕਹੇਗਾ ਕਿ ਲੋਕ ਸਾਨੂੰ ਛੱਡ ਗਏ, ਸਾਡੇ ਇਕੱਲੇ, ਅਸੀਂ ਇਕੱਲੇ ਰਹਿ ਗਏ, ਸਾਨੂੰ ਪਰਮੇਸ਼ਰ ਨੇ ਜੇ ਬਚਾਇਆ ਨਹੀਂ, ਅਸੀਂ ਚਰਚ ਜਾਂਦੇ ਹਾਂ, ਫਲਾਣਾ ਤਾਂ ਚਰਚ ਜਾਂਦਾ, ਉਹਨੇ ਤਾਂ ਗੱਡੀ ਲੈ ਲਈ, ਅਸੀਂ ਚਰਚ ਜਾਂਦੇ ਹਾਂ, ਸਾਡਾ ਤਾਂ ਮੋਟਰਸਾਈਕਲ ਵੀ ਖਰਾਬ ਹੋ ਗਿਆ। ਤਾਂ ਉਹ ਕੀ ਕਰਦੇ ਆ, ਵੇਖਣ ਵਾਲੀਆਂ ਚੀਜ਼ਾਂ ਦੇ ਉੱਤੇ ਵਿਸ਼ਵਾਸ ਕਰਦੇ ਜੋ ਉਹਨਾਂ ਨੂੰ ਦਿਸ ਰਹੀਆਂ ਆ। ਪਰ ਸੱਚਾ ਆਤਮਿਕ ਪਰਸਨ ਕਦੇ ਵੀ ਦੇਖਣ ਵਾਲੀਆਂ ਚੀਜ਼ਾਂ 'ਤੇ ਵਿਸ਼ਵਾਸ ਨਹੀਂ ਕਰੇਗਾ, ਉਹ ਅਣਡਿੱਠ ਵਸਤਾਂ ਦੇ ਵੱਲ ਧਿਆਨ ਕਰੇਗਾ। ਔਰ ਅਣਡਿੱਠ ਵਸਤਾਂ ਕੀ ਆ? ਪਰਮੇਸ਼ਰ ਦੇ ਦੂਤ, ਪ੍ਰਭੂ ਦਾ ਆਤਮਾ, ਪਰਮੇਸ਼ਰ ਦੀ ਭਲਾਈ, ਉਹਦੇ ਵੱਡੇ ਕੰਮ ਔਰ ਵਚਨਾਂ ਦੇ ਦੁਆਰਾ ਕੀਤੀ ਗਈ ਗੱਲਬਾਤ। ਕਿਉਂਕਿ ਵਚਨਾਂ ਦੇ ਦੁਆਰਾ ਗੱਲ ਕੀਤੀ ਜਾਂਦੀ, ਜਦੋਂ ਅਸੀਂ ਇੱਕ ਗੈਸ ਲਾਉਣੇ ਆ ਕਿ ਮੇਰੀ ਅੱਜ ਆਹ ਚਿੰਤਾ ਸੀ ਔਰ ਉਸੇ ਦੇ ਨਾਲ ਦਾ ਵਚਨ ਸਾਡੇ ਕੋਲ ਆ ਗਏ, ਤਾਂ ਮਤਲਬ ਪਰਮੇਸ਼ਰ ਨੇ ਸਾਡੇ ਨਾਲ ਗੱਲ ਕੀਤੀ ਆ, ਉਹ ਸਾਡੇ ਵਿਸ਼ਵਾਸ ਦੀ ਗੱਲ ਆ। ਔਰ ਸੈਕੰਡਲੀ ਜਦੋਂ ਅਸੀਂ ਕਹਿੰਦੇ ਕਿ ਪ੍ਰਭੂ ਤੁਹਾਡੇ ਦੂਤ ਆ, ਉਹ ਸਾਡੀ ਰੱਖਿਆ ਕਰਦੇ ਆ, ਸਾਡੇ ਘਰਾਂ ਦੇ ਚਾਰੋਂ ਔਰ ਸਾਡੇ ਨਾਲ ਚੱਲਦੇ ਆ,
ਉਹ ਅਸੀਂ ਦੇਖ ਨਹੀਂ ਸਕਦੇ, ਪਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਦੂਤ ਸਾਡੇ ਨਾਲ ਆ। ਅਸੀਂ ਕਹਿੰਦੇ ਕਿ ਪ੍ਰਭੂ ਆਪਣੇ ਆਤਮਾ ਦੇ ਨਾਲ ਸਾਨੂੰ ਭਰ, ਤੇਰਾ ਆਤਮਾ ਮੈਨੂੰ ਛੂਹੇ ਅਤੇ ਚੰਗਿਆ ਕਰੇ। ਜਦੋਂ ਅਸੀਂ ਚੰਗੇ ਹੋ ਜਾਂਦੇ ਹਾਂ, ਅਸੀਂ ਵੇਖਿਆ ਨਹੀਂ ਆਤਮਾ ਕਦੋਂ ਆਇਆ, ਉਹਨੇ ਕਦੋਂ ਛੂਹਿਆ ਸਾਨੂੰ, ਪਰ ਅਸੀਂ ਆਪਣੀ ਚੰਗਿਆਈ ਨੂੰ ਵੇਖਿਆ ਤੇ ਮਹਿਸੂਸ ਕੀਤਾ ਕਿ ਸੱਚਮੁੱਚ ਉਹ ਆਇਆ ਪਰਮੇਸ਼ਰ ਦਾ ਆਤਮਾ, ਔਰ ਉਹਨੇ ਛੂਹਿਆ ਔਰ ਅਸੀਂ ਚੰਗੇ ਹੋ ਗਏ ਹਾਂ। ਇਸ ਕਰਕੇ ਜਿਹੜਾ ਆਤਮਿਕ ਆ ਉਹ ਆਤਮਿਕ ਵਸਤਾਂ ਦੇ ਵੱਲ ਧਿਆਨ ਦੇਵੇਗਾ ਜਿਹੜੀਆਂ ਦੇਖੀਆਂ ਨਹੀਂ ਜਾ ਸਕਦੀਆਂ, ਪਰ ਜਿਹੜਾ ਸੰਸਾਰਿਕ ਆ ਉਹਨਾਂ ਵਸਤਾਂ ਵੱਲ ਧਿਆਨ ਦੇਵੇਗਾ ਜੋ ਸੰਸਾਰ ਦੇਖਦਾ ਆ, ਪਰ ਜਿਹੜਾ ਪਰਮੇਸ਼ਰ ਦਾ ਹੋਏਗਾ ਉਹਦਾ ਵੇਖਣਾ ਸੰਸਾਰਿਕ ਵੇਖਣਾ ਨਹੀਂ ਹੋਏਗਾ। ਹਾਲੇਲੂਇਆ। ਕਹਿੰਦਾ ਕਿਉਂ ਜੋ ਦਿਸਣ ਵਾਲੀਆਂ ਵਸਤਾਂ ਉਹ ਥੋੜੇ ਦਿਨ ਦੀਆਂ ਆ, ਜਿਹੜੇ ਦੁੱਖ ਆ, ਇਹ ਮੁਸ਼ਕਿਲਾਂ ਮੁਸੀਬਤਾਂ ਸਾਡੇ ਵਿਰੋਧੀ ਆ, ਸ਼ੈਤਾਨੀ ਹਮਲੇ ਆ, ਇਹ ਸਿਰਫ ਕੁਛ ਕੁ ਦਿਨਾਂ ਦੇ ਆ, ਥੋੜੇ ਕੁ ਪਲਾਂ ਦੇ ਆ, ਔਰ ਉਸ ਤੋਂ ਬਾਅਦ ਇਹ ਨਾ ਹੋਣਗੇ। ਕਹਿੰਦਾ ਜਿਹੜੀਆਂ ਅਣਡਿੱਠ ਵਸਤਾਂ ਆ ਉਹ ਸਦਾ ਦੀਆਂ ਆ। ਹਾਲੇਲੂਇਆ। ਜਿਹੜੇ ਆਤਮਿਕ ਫਲ ਨੇ, ਆਤਮਿਕ ਵਰਦਾਨ ਆ, ਆਤਮਾ ਦਾ ਛੂਹਿਆ ਜਾਣਾ, ਦੂਤਾਂ ਦਾ ਰਕਸ਼ਾ ਕਰਨਾ, ਵਚਨਾਂ ਦੇ ਦੁਆਰਾ ਗੱਲਬਾਤ ਹੋਣੀ, ਪਰਮੇਸ਼ਰ ਦੀ ਮਹਿਮਾ ਨੂੰ, ਪਰਮੇਸ਼ਰ ਦੀ ਵਡਿਆਈ ਨੂੰ ਸਾਡੇ ਮੂੰਹ ਕਰਨਾ, ਇਹ ਸਭ ਅਣਡਿੱਠ ਗੱਲਾਂ ਸਦਾ ਦੀਆਂ ਆ। ਹਾਲੇਲੂਇਆ। ਔਰ ਹਰ ਇੱਕ ਪਰਸਨ ਜਿਹੜਾ ਕਹਿੰਦਾ ਕਿ ਮੈਂ ਆਤਮਿਕ ਜ਼ਿੰਦਗੀ 'ਚ ਵਧਣਾ, ਮੈਂ ਪ੍ਰਭੂ ਦਾ ਆਇਆ, ਮੈਂ ਪ੍ਰਭੂ ਦੇ ਲਈ ਹੀ ਹਾਂ ਔਰ ਮੈਂ ਪ੍ਰਭੂ ਦੇ ਹੀ ਕੰਮ ਕਰਾਂਗਾ, ਉਹ ਹਰ ਇੱਕ ਭੈਣ ਭਾਈ ਇਸ ਆਤਮਿਕ ਗੱਲਾਂ ਦੇ ਉੱਤੇ ਵਿਸ਼ਵਾਸ ਕਰੇ, ਅਣਡਿੱਠ ਗੱਲਾਂ ਦੇ ਪਿੱਛੇ ਚੱਲੇ, ਆਤਮਾ ਦੇ ਵਿੱਚ ਵਧਣ ਦੇ ਲਈ ਅੰਗੀਕਾਰ ਕਰੇ ਕਿ ਚਾਹੇ ਦੁੱਖ, ਮੁਸ਼ਕਿਲ, ਮੁਸੀਬਤ, ਪਰੇਸ਼ਾਨੀਆਂ ਆਉਣ, ਸਾਨੂੰ ਕੋਈ ਚਿੰਤਾ ਨਹੀਂ ਹੈ। ਜਦ ਯਹੋਵਾ ਮੇਰੇ ਵੱਲ ਆ ਤਾਂ ਇਨਸਾਨ ਕੋਈ ਕੀ ਕਰ ਲੇਗਾ, ਜਦ ਪਰਮੇਸ਼ਰ ਯਹੋਵਾ ਮੇਰੇ ਵੱਲ ਆ ਤਾਂ ਸ਼ੈਤਾਨ ਕੀ ਕਰ ਲਵੇਗਾ। ਹਾਲੇਲੂਇਆ। ਕਿਉਂਕਿ ਵਚਨ ਸਾਨੂੰ ਦੱਸਦਾ ਕਿ ਜਿਹੜਾ ਪਰਮੇਸ਼ਰ ਯਹੋਵਾ ਤੇ ਵਿਸ਼ਵਾਸ ਰੱਖਦਾ ਆ ਉਹਦੇ ਖੰਭਾਂ ਦੇ ਹੇਠਾਂ ਪਨਾਹ ਲਵੇਗਾ, ਯਹੋਵਾ ਨੂੰ ਬਚਾਏਗਾ, ਆਪਣੇ ਦੂਤਾਂ ਨੂੰ ਉਹਦੇ ਲਈ ਹੁਕਮ ਦੇਵੇਗਾ, ਉਹਦੇ ਦੂਤ ਹੱਥਾਂ ਤੇ ਉਹਨੂੰ ਚੱਕ ਲੈਣਗੇ ਔਰ ਉਹ ਸਾਰੇ ਦੁੱਖਾਂ, ਰੋਗਾਂ, ਪਰੇਸ਼ਾਨੀਆਂ ਤੋਂ ਆਜ਼ਾਦ ਕੀਤਾ ਜਾਵੇਗਾ। ਔਰ ਜਿਹੜਾ ਆਪਣੇ ਅੰਦਰ ਇਸ ਆਜ਼ਾਦੀ, ਸ਼ਿਫਾ, ਛੁਟਕਾਰੇ ਨੂੰ ਵੇਖਣਾ ਚਾਹੁੰਦਾ, ਉਹਨੂੰ ਇਹਨਾਂ ਤਿੰਨਾਂ ਗੱਲਾਂ ਦੇ ਵੱਲ ਧਿਆਨ ਦੇਣਾ ਪਵੇਗਾ। ਸਭ ਤੋਂ ਪਹਿਲਾਂ ਦੁੱਖ ਦੇ ਸਮੇਂ ਦੇ ਵਿੱਚ ਪਵਿੱਤਰ ਵਚਨਾਂ ਦੇ ਦੁਆਰਾ ਅੰਗੀਕਾਰ ਕਰਨਾ ਕਿ ਭਾਵੇਂ ਕੋਈ ਵੀ ਦੁੱਖ, ਮੁਸ਼ਕਿਲ, ਮੁਸੀਬਤਾਂ ਆ ਜਾਣ, ਮੈਨੂੰ ਕੋਈ ਚਿੰਤਾ ਨਹੀਂ, ਕਿਉਂਕਿ ਸੰਸਾਰਿਕ ਚੀਜ਼ਾਂ ਨੂੰ ਪ੍ਰਾਪਤ ਕਰਨਾ ਮੇਰਾ ਮਕਸਦ ਨਹੀਂ ਆ, ਮੇਰਾ ਮਕਸਦ ਆ ਪਰਮੇਸ਼ਰ ਦੀਆਂ ਚੀਜ਼ਾਂ ਨੂੰ ਪ੍ਰਾਪਤ ਕਰਨਾ। ਔਰ ਸੈਕੰਡ ਆ ਕਿ ਉਹ ਦੁੱਖ ਦੇ ਸਮੇਂ ਅੰਗੀਕਾਰ ਕਰੇ ਕਿ ਪਰਮੇਸ਼ਰ ਤੂੰ ਮੈਨੂੰ ਚੰਗਾ ਕਰਨ ਵਾਲਾ, ਬਲੈਸ ਕਰਨ ਵਾਲਾ, ਤੂੰ ਮੈਨੂੰ ਆਜ਼ਾਦ ਕਰਨ ਵਾਲਾ ਆ, ਮੈਨੂੰ ਕੋਈ ਚਿੰਤਾ ਨਹੀਂ, ਜਦ ਤੂੰ ਮੇਰੇ ਵੱਲ ਆ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਔਰ ਤੀਸਰੀ ਔਰ ਆਖਰੀ ਗੱਲ ਕਿ ਦੁੱਖਾਂ ਦੀ ਘੜੀ ਬੀਤਣ ਤੋਂ ਬਾਅਦ ਪਰਮੇਸ਼ਰ ਦੀ ਵਡਿਆਈ ਕਰਨਾ, ਕਿਉਂਕਿ ਅਸੀਂ ਦੁੱਖਾਂ ਦੀ ਘੜੀ ਨੂੰ ਬੀਤਣ ਦੇ ਲਈ ਪ੍ਰਾਰਥਨਾ ਜ਼ਰੂਰ ਕਰਵਾ ਲੈਂਦੇ ਕਿ ਉਹ ਨਿਕਲ ਜਾਵੇ, ਜਾਂ ਫਿਰ ਕਰਦੇ ਹਾਂ, ਅਸੀਂ ਖੁਦ ਵੀ ਕਰਦੇ ਹਾਂ। ਔਰ ਬਹੁਤ ਵਾਰ ਸਾਡੀ ਆਪਣੀ ਪ੍ਰੇਅਰ ਦੇ ਨਾਲ ਉਹ ਜੋ ਪ੍ਰੋਬਲਮਸ ਆ ਉਹ ਸਾਡੀ ਜ਼ਿੰਦਗੀ 'ਚੋਂ ਚਲੀਆਂ ਜਾਂਦੀਆਂ, ਪਰ ਅਸੀਂ ਉਸ ਗੱਲ ਦੀ ਗਵਾਹੀ ਨਹੀਂ ਦਿੰਦੇ। ਜਿਸ ਚਰਚ 'ਚ ਅਸੀਂ ਜਾਂਦੇ ਉਸ ਚਰਚ 'ਚ ਜਾਓ ਔਰ ਉਸ ਗੱਲ ਦੀ ਗਵਾਹੀ ਦਿਓ ਕਿ ਮੈਂ ਪ੍ਰੇਅਰ ਕੀਤੀ ਔਰ ਮੈਂ ਠੀਕ ਹਾਂ। ਜਿਸ ਤੋਂ ਤੁਸੀਂ ਅਗਰ ਕਿਸੇ ਤੋਂ ਪ੍ਰੇਅਰ ਕਰਵਾਈ ਆ, ਪ੍ਰੇਅਰ ਲਾਈਨ ਨੰਬਰ ਤੋਂ, ਆਪਣੇ ਪਾਸਟਰ ਤੋਂ, ਆਪਣੇ ਆਗੂ ਤੋਂ, ਤਾਂ ਉੱਥੇ ਵੀ ਅਗਵਾਈ ਦੇਣਾ ਜ਼ਰੂਰੀ ਆ ਕਿ ਮੈਂ ਪਰਮੇਸ਼ਰ ਦੀ ਮਹਿਮਾ ਦੇ ਵਿੱਚ ਆਪਣੇ ਆਪ ਨੂੰ ਖੜਾ ਕਰਦਾ, ਕਿਉਂਕਿ ਮੇਰੇ ਸਰੀਰ ਦੇ ਦੁਆਰਾ ਪ੍ਰਭੂ ਦੀ ਮਹਿਮਾ ਹੋਣ ਜਾ ਰਹੀ ਆ ਕਿ ਮੇਰੇ ਪਰਮੇਸ਼ਰ ਨੇ ਮੈਨੂੰ ਇਸ ਰੋਗ ਤੋਂ ਆਜ਼ਾਦ ਕੀਤਾ। ਜਦ ਪਰਮੇਸ਼ਰ ਸਾਡੇ ਲਈ ਕਰਦਾ ਉਹਦਾ ਧੰਨਵਾਦ ਕਰਨਾ ਜ਼ਰੂਰੀ ਆ। ਅੱਜ ਦੇ ਸਮੇਂ ਦੇ ਵਿੱਚ ਜਦ ਕੋਈ ਸਾਨੂੰ ਕੁਝ ਦਿੰਦਾ ਤਾਂ ਹਰ ਇੱਕ ਛੋਟਾ ਬੱਚਾ ਵੀ ਥੈਂਕਫੁਲ ਆ, ਉਹ ਵੀ ਥੈਂਕ ਯੂ ਕਹਿਣਾ ਜਾਣਦਾ ਆ। ਤਾਂ ਅਗਰ ਛੋਟੇ ਬੱਚੇ ਨੂੰ ਥੈਂਕ ਯੂ ਕਹਿਣ ਦਾ ਪਤਾ, ਤਾਂ ਉਹਨਾਂ ਮਾਂ-ਬਾਪ ਨੂੰ ਵੀ ਥੈਂਕ ਯੂ ਕਹਿਣ ਦੀ ਆਦਤ ਪਾਣੀ ਪਏਗੀ, ਕਿਉਂਕਿ ਜਦ ਇੱਕ ਤੁਸੀਂ ਮਾਂ-ਬਾਪ ਹੋ ਕੇ ਚਾਹੁੰਦੇ ਕਿ ਤੁਹਾਡਾ ਬੱਚਾ ਤੁਹਾਡੇ ਲਈ ਥੈਂਕਫੁਲ ਹੋਵੇ, ਤਾਂ ਉਹ ਯਹੋਵਾ ਸਦਾ ਦਾ ਪਰਮੇਸ਼ਰ ਅਤੇ ਹੁਣ ਤੋਂ ਲੈ ਕੇ ਸਦਾ ਤੱਕ ਦਾ ਪਵਿੱਤਰ ਅਤੇ ਜਿਉਂਦਾ ਬਾਪ ਵੀ ਇਹੀ ਚਾਹੁੰਦਾ ਆ ਕਿ ਅਸੀਂ ਉਹਦੇ ਨਾਲ ਥੈਂਕਫੁਲ ਹੋਈਏ। ਔਰ ਜਿਹੜਾ ਥੈਂਕਫੁਲ ਹੋਵੇਗਾ ਉਹੀ ਆਤਮਾ ਦੇ ਵਰਦਾਨਾਂ ਨੂੰ ਪ੍ਰਾਪਤ ਕਰੇਗਾ। ਹਾਲੇਲੂਇਆ। ਤਾਂ ਆਓ ਅੱਜ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ ਹੀ ਕਰਦੇ ਮਹਾਨ ਪਿਤਾ ਪਰਮੇਸ਼ਰ ਅੱਜ ਦੇ ਇਸ ਦਿਨ ਦੇ ਲਈ ਪਿਤਾ ਪਰਮੇਸ਼ਰ, ਅੱਜ ਦੇ ਦਿਨ ਦੀ ਖਾਸ ਕਿਰਪਾ ਦੇ ਲਈ ਔਰ ਖਾਸ ਕਰਕੇ ਅੱਜ ਦੇ ਇਹਨਾਂ ਅਨਮੋਲ ਸਾਹਾਂ ਦੇ ਲਈ ਪਿਤਾ ਪਰਮੇਸ਼ਰ। ਬਹੁਤ ਸਾਰੇ ਜਨ ਸੀ ਪਿਤਾ ਪਰਮੇਸ਼ਰ ਜੋ ਅੱਜ ਦੇ ਦਿਨ ਨੂੰ ਨਾ ਦੇਖ ਸਕੇ ਖੁਦਾਵੰਦ, ਪਰ ਤੁਸੀਂ ਸਾਨੂੰ ਜੀਵਤਾਂ ਦੀ ਧਰਤੀ ਉੱਤੇ ਜੀਵਿਤ ਰੱਖਿਆ ਪਿਤਾ ਪਰਮੇਸ਼ਰ। ਅਸੀਂ ਪਾਪੀ ਅਤੇ ਗੁਨਹਗਾਰ ਹਾਂ ਖੁਦਾਵੰਦ, ਅਸੀਂ ਅਨੇਕਾਂ ਹੀ ਗਲਤੀਆਂ ਤੇ ਗੁਨਾਹ ਕੀਤੇ, ਪਰ ਤੁਸੀਂ ਸਾਨੂੰ ਆਪਣੇ ਕ੍ਰੋਧ ਤੋਂ ਬਚਾ ਕੇ ਰੱਖਿਆ ਪਿਤਾ, ਆਪਣੇ ਕ੍ਰੋਧ ਤੋਂ ਸਾਨੂੰ ਅਲੱਗ ਰੱਖਿਆ ਪ੍ਰਭੂ ਜੀ। ਤੁਸੀਂ ਵਾਰ-ਵਾਰ ਸਾਨੂੰ ਬਖਸ਼ਿਆ ਤੇ ਬਚਾਇਆ ਮੇਰੇ ਪਿਤਾ। ਤੁਸੀਂ ਆਪਣੇ ਦੂਤਾਂ ਨੂੰ ਸੱਚਮੁੱਚ ਸਾਡੇ ਲਈ ਭੇਜਿਆ ਪਿਤਾ ਪਰਮੇਸ਼ਰ। ਤੁਹਾਡੇ ਦੂਤਾਂ ਨੇ ਸਾਡੀ ਰੱਖਿਆ, ਹਿਫਾਜ਼ਤ ਕੀਤੀ ਸੱਚਮੁੱਚ ਖੁਦਾਵੰਦ। ਰਾਤ ਦੇ ਸਮੇਂ ਦੇ ਵਿੱਚ ਤੁਸੀਂ ਸਾਨੂੰ ਮਿੱਠੀ ਪਿਆਰੀ ਨੀਂਦ ਦਿੱਤੀ ਔਰ ਅੱਜ ਦਾ ਦਿਨ ਇੱਕ ਨਵੇਂ ਬਲ, ਨਵੇਂ ਸਾਹ ਔਰ ਨਵੇਂ ਮੌਕੇ ਦੇ ਰੂਪ ਵਿੱਚ ਸਾਨੂੰ ਦਿੱਤਾ, ਤਾਂ ਜੋ ਅਸੀਂ ਅੱਜ ਦੇ ਦਿਨ ਨੂੰ ਇੱਕ ਵਧੀਆ ਮੌਕੇ ਦੇ ਰੂਪ ਦੇ ਲਈ ਯੂਜ਼ ਕਰੀਏ, ਤਾਂ ਜੋ ਅਸੀਂ ਤੌਬਾ ਕਰੀਏ, ਤਾਂ ਜੋ ਤੁਹਾਡੇ ਰਾਹਾਂ ਦੇ ਵਿੱਚ ਵਧੀਏ ਅਤੇ ਤੁਹਾਡੇ ਕੰਮਾਂ ਦੇ ਲਈ ਇਸਤੇਮਾਲ ਕੀਤੇ ਜਾਈਏ ਖੁਦਾਵੰਦ। ਪਰ ਫਿਰ ਤੋਂ ਅਸੀਂ ਅੱਜ ਦੇ
ਦਿਨ ਦੇ ਵਿੱਚ ਆਪਣੀ ਸੰਸਾਰਿਕ ਦੌੜ ਦੇ ਵਿੱਚ ਭੱਜੇ, ਆਪਣੇ ਕੰਮਾਂ ਕਾਰਾਂ ਦੇ ਲਈ ਭੱਜੇ, ਆਪਣੇ ਆਪ ਨੂੰ ਇੰਨਾ ਬਿਜ਼ੀ ਕੀਤਾ ਕਿ ਸਾਡੇ ਕੋਲੇ ਤੁਹਾਡੇ ਲਈ ਥੈਂਕਫੁਲ ਹੋਣ ਦਾ ਵੀ ਸਮਾਂ ਨਾ ਬਚਿਆ। ਮਾफ़ ਕਰਨਾ ਪਿਤਾ ਪਰਮੇਸ਼ਵਰ, ਬਖਸ਼ ਲੈਣਾ ਮੇਰੇ ਪ੍ਰਭੂ ਜੀ, ਕਿਉਂਕਿ ਅਸੀਂ ਜਾਣੇ ਅਤੇ ਅਣਜਾਣੇ ਦੇ ਵਿੱਚ ਅਨੇਕਾਂ ਹੀ ਗਲਤੀਆਂ ਤੇ ਗੁਨਾਹ ਕਰਦੇ ਨੇ ਪਿਤਾ ਪਰਮੇਸ਼ਵਰ। ਅਸੀਂ ਤੁਹਾਡਾ ਧੰਨਵਾਦ ਨਹੀਂ ਕਰਦੇ ਖੁਦਾਵੰਦ। ਚੰਗਿਆਈ ਲੈਣ ਤੋਂ ਬਾਅਦ ਅਸੀਂ ਭੁੱਲ ਜਾਂਦੇ ਹਾਂ ਪਿਤਾ, ਅਸੀਂ ਆਪਣੇ ਆਪ ਨੂੰ ਸ਼ੈਤਾਨੀ ਚਾਲ ਦੇ ਪਿੱਛੇ ਲਗਾ ਲੈਨੇ ਖੁਦਾਵੰਦ। ਪਰ ਸਾਡੀ ਮਦਦ, ਸਹਾਇਤਾ ਤੇ ਅਗਵਾਈ ਕਰੋ ਖੁਦਾਵੰਦ, ਤਾਂ ਜੋ ਕੋਈ ਵੀ ਸ਼ੈਤਾਨੀ ਸ਼ਕਤੀ ਸਾਡੇ ਮੂੰਹ ਦੇ ਸ਼ਬਦਾਂ ਨੂੰ ਚੁਰਾ ਨਾ ਸਕੇ, ਸਾਡੇ ਵੱਲੋਂ ਮਹਿਮਾ ਨੂੰ, ਸਾਡੇ ਵੱਲੋਂ ਤੁਹਾਡੇ ਅੱਗੇ ਧੰਨਵਾਦ ਦੀ ਭੇਟ ਚੜਾਏ ਜਾਣ ਨੂੰ ਕਿਸੇ ਵੀ ਤਰੀਕੇ ਦੇ ਵਿੱਚ ਰੁਕਾਵਟ ਨਾ ਪਾ ਸਕੇ ਖੁਦਾਵੰਦ। ਜਦ ਵੀ ਤੁਹਾਡੇ ਵੱਲੋਂ ਸਾਡੀ ਜ਼ਿੰਦਗੀ 'ਚ ਵੱਡਾ ਤੇ ਅਚਰਜ ਕੰਮ ਕੀਤਾ ਜਾਵੇ ਪਰਮੇਸ਼ਵਰ ਪਿਤਾ, ਅਸੀਂ ਹਰ ਹਾਲ ਦੇ ਵਿੱਚ ਤੁਹਾਡੇ ਲਈ ਥੈਂਕਫੁਲ ਹੋਈਏ ਪਿਤਾ ਪਰਮੇਸ਼ਰ। ਔਰ ਤੁਹਾਡੇ ਦੂਤਾਂ ਦੇ ਦੁਆਰਾ ਜੋ ਸਾਡੀ ਰਕਸ਼ਾ ਹਿਫਾਜ਼ਤ ਕੀਤੀ ਜਾਂਦੀ ਹੈ, ਉਸ ਰਕਸ਼ਾ ਹਿਫਾਜ਼ਤ ਦੇ ਲਈ ਹਰ ਵੇਲੇ ਤੁਹਾਡਾ ਧੰਨਵਾਦ ਕਰਦੇ ਰਹੀਏ ਪਿਤਾ ਪਰਮੇਸ਼ਰ। ਸੱਚਮੁੱਚ ਤੁਸੀਂ ਸਾਨੂੰ ਆਤਮਿਕ ਦਾਨਾਂ ਤੇ ਵਰਦਾਨਾਂ ਦੇ ਨਾਲ ਭਰਿਆ ਪਿਤਾ। ਤੁਸੀਂ ਹਰ ਇੱਕ ਭੈਣ ਭਾਈ ਨੂੰ ਇਸ ਧਰਤੀ ਦੇ ਉੱਤੇ ਕਿਸੇ ਖਾਸ ਮਕਸਦ ਦੇ ਲਈ ਭੇਜਿਆ ਪਿਤਾ। ਤੁਸੀਂ ਵਚਨ ਦੇ ਵਿੱਚ ਕਿਹਾ ਆ ਕਿ ਨਾ ਡਰ ਅਤੇ ਨਾ ਘਬਰਾ, ਮੈਂ ਯਹੋਵਾ ਤੇਰਾ ਪਰਮੇਸ਼ਰ ਤੇਰੇ ਅੰਗ ਸੰਗ ਹੈ ਖੁਦਾਵੰਦ। ਜਦੋਂ ਤੁਸੀਂ ਸਾਡੇ ਅੰਗ ਅਤੇ ਸੰਗ ਹੋ ਕੇ ਇਸ ਸੰਸਾਰ ਦੇ ਵਿੱਚ ਸਾਡਾ ਸਾਥ ਦਿੱਤਾ, ਸਾਨੂੰ ਸੰਭਾਲਿਆ, ਸਾਨੂੰ ਬਖਸ਼ਿਆ, ਸਾਨੂੰ ਚੁਣਿਆ, ਸਾਨੂੰ ਧੋਤਾ ਤੇ ਸ਼ੁੱਧ ਕੀਤਾ ਪਿਤਾ, ਪਰ ਫਿਰ ਅਸੀਂ ਸ਼ੈਤਾਨੀ ਚਾਲ ਦੇ ਪਿੱਛੇ ਲੱਗ ਕੇ ਆਪਣੇ ਆਪ ਨੂੰ ਉਸ ਗੰਦਗੀ ਦੇ ਵਿੱਚ ਲੈ ਜਾਂਦੇ ਹਾਂ, ਅਸੀਂ ਸੰਸਾਰਿਕ ਚਾਲ ਦੇ ਪਿੱਛੇ ਭੱਜਦੇ ਹਾਂ ਪ੍ਰਭੂ ਜੀ। ਪਰ ਅੱਜ ਜੋ ਵੀ ਭੈਣ ਭਾਈ ਐਜ਼ ਇਹਨਾਂ ਵਚਨਾਂ ਨੂੰ ਸੁਣ ਰਹੇ ਖੁਦਾਵੰਦ, ਆਤਮਿਕ ਚਾਲ ਦੇ ਵਿੱਚ ਚੱਲਣ ਪਿਤਾ, ਹਰ ਇੱਕ ਦੁੱਖ ਮੁਸ਼ਕਿਲ ਮੁਸੀਬਤ ਦਾ ਸਾਹਮਣਾ ਕਰ ਸਕਣ, ਸ਼ੈਤਾਨ ਦਾ ਸਾਹਮਣਾ ਕਰਨ ਪ੍ਰਭੂ ਜੀ, ਕਿਉਂਕਿ ਤੁਸੀਂ ਵਚਨ ਦੇ ਵਿੱਚ ਕਿਹਾ ਕਿ ਜਦ ਤੂੰ ਸ਼ੈਤਾਨ ਦਾ ਸਾਹਮਣਾ ਕਰੇਗਾ ਤਾਂ ਉਹ ਤੇਰੇ ਕੋਲੋਂ ਭੱਜ ਜਾਵੇਗਾ। ਕੋਈ ਵੀ ਸ਼ੈਤਾਨੀ ਸ਼ਕਤੀ ਦੋ ਇਹਨਾਂ ਦੇ ਹਿਰਦਿਆਂ ਗੁਰਦਿਆਂ ਦੇ ਉੱਤੇ ਵਾਸ ਕਰਨ ਦੀ ਕੋਸ਼ਿਸ਼ ਕਰਦੀ ਹੈ, ਇਹਨਾਂ ਦੇ ਸਰੀਰ ਦੇ ਖਿਲਾਫ ਕੰਮ ਕਰਦੀ ਖੁਦਾਵੰਦ, ਇਹਨਾਂ ਦੇ ਆਤਮਿਕ ਵਰਦਾਨ ਨੂੰ ਔਰ ਆਤਮਿਕ ਰਾਹਾਂ ਨੂੰ ਭ੍ਰਿਸ਼ਟ ਕਰਦੀ ਆ ਪਿਤਾ। ਉਸ ਹਰੇਕ ਸ਼ੈਤਾਨੀ ਸ਼ਕਤੀ ਨੂੰ ਅੱਜ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਕੈਂਸਲ ਅਤੇ ਦਫਾ ਦੂਰ ਕਰਦੇ ਆ ਖੁਦਾਵੰਦ। ਅੱਜ ਹੀ ਇਹਨਾਂ ਦਾ ਪੂਰਾ ਧਿਆਨ ਸਵਰਗੀ ਇਨਾਮ ਦੇ ਵੱਲ ਹੋਵੇ ਪਿਤਾ। ਇਹ ਸੰਸਾਰਿਕ ਨਿੰਦਿਆਂ ਨੂੰ ਸਹਿ ਲੈਣ ਪਰ ਤੁਹਾਡੇ ਖਿਲਾਫ ਸ਼ਬਦ ਨਾ ਬੋਲਣ ਪਿਤਾ ਜੀ। ਇਹਨਾਂ ਦੀ ਹਿੰਮਤ ਦਿਨ ਪ੍ਰਤੀ ਦਿਨ ਵੱਧਦੀ ਜਾਵੇ, ਅੰਦਰਲੀ ਇਨਸਾਨੀਅਤ ਵਿੱਚ ਪ੍ਰਫੁੱਲਿਤ ਹੁੰਦੇ ਜਾਣ ਖੁਦਾਵੰਦ। ਭਾਵੇਂ ਕਸ਼ਟ ਥੋੜੇ ਪਲਾਂ ਦਾ ਹੋਵੇ ਪਰ ਉਸ ਪਲ ਦੇ ਵਿੱਚ ਇਹ ਤੁਹਾਡੇ ਨਾਲ ਵਫਾਦਾਰੀ ਦੇ ਵਿੱਚ ਬਣੇ ਰਹਿਣ। ਕੋਈ ਵੀ ਸ਼ੈਤਾਨੀ ਸ਼ਕਤੀ ਇਹਨਾਂ ਦੇ ਵਿਸ਼ਵਾਸ ਨੂੰ ਤੋੜ ਨਾ ਸਕੇ ਪਿਤਾ, ਪਰ ਇਹ ਹਰ ਪਲ ਤੁਹਾਡੀ ਮਹਿਮਾ ਵਡਿਆਈ ਦੇ ਲਈ ਇਸਤੇਮਾਲ ਕੀਤੇ ਜਾਣ ਖੁਦਾਵੰਦ। ਇਹ ਦਿਸਣ ਵਾਲੀਆਂ ਚੀਜ਼ਾਂ ਦੇ ਵਿੱਚ ਨਹੀਂ ਪਰ ਅਣਡਿੱਠ ਚੀਜ਼ਾਂ ਦੇ ਵਿੱਚ ਧਿਆਨ ਲਾਉਣ ਵਾਲੇ ਹੋ ਜਾਣ ਪਿਤਾ। ਤੁਹਾਡੀ ਮਹਿਮਾ ਦੇ ਵਿੱਚ ਵਾਧੇ ਜਾਣ। ਤੁਹਾਡੀ ਅਣਡਿੱਠ ਵਸਤਾਂ ਦੀ ਸਦੀਪਕ ਕਾਲ ਦੀ ਦਇਆ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਹੁਣ ਤੋਂ ਲੈ ਕੇ ਸਦਾ ਤੱਕ ਬਣੀ ਰਹੇ। ਕੋਈ ਵੀ ਆਪਣੇ ਆਤਮਿਕ ਵਰਦਾਨਾਂ ਨੂੰ ਗਵਾਏ ਨਾ ਪਿਤਾ, ਪਰ ਤੁਹਾਡੇ ਨਾਮ ਦੇ ਵਿੱਚ ਚੱਲਦੇ ਹੋਏ ਆਪਣੇ ਆਪ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਹੋਏ ਖੁਦਾਵੰਦ ਤੁਹਾਨੂੰ ਥੈਂਕਫੁਲ ਹੋਣ ਪਿਤਾ ਪਰਮੇਸ਼ਵਰ। ਤੁਹਾਡੇ ਹੀ ਕੰਮਾਂ ਦੇ ਵਿੱਚ ਵਾਧੇ ਚਲੇ ਜਾਣ। ਹਰ ਇੱਕ ਭੈਣ ਭਾਈ ਨੂੰ ਤੁਹਾਡੇ ਜ਼ਿੰਦਾ ਲਹੂ ਦੇ ਵਿੱਚ ਕਵਰ ਕਰਦੇ ਖੁਦਾਵੰਦ। ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ। ਆਮੀਨ, ਆਮੀਨ, ਆਮੀਨ।